हाँ जी क्लास। ਗੁੱਡ ਆਫਟਰਨੂਨ ਟੂ एवरीवन। ਕੱਲ ਆਪਾਂ ਇੱਕ ਸੀਰੀਜ਼ ਸ਼ੁਰੂ ਕੀਤੀ ਸੀ ਲਾਂਚਪੈਡ ਆਈਏਐਸ ਦੇ ਚੈਨਲ ਤੇ, ਜਿਹਦੇ ਵਿੱਚ ਆਪਾਂ ਪੀਵਾਈਕਿਊ ਦੇਖ ਰਹੇ ਸਟੈਟਸ ਦੇ। ਐਜ਼ ਵੀ ਆਲ ਨੋ, ਸਭ ਤੋਂ ਇੰਪੋਰਟੈਂਟ ਸੈਕਸ਼ਨ ਆਪਣਾ ਸਟੈਟਸ ਦਾ ਚੱਲ ਰਿਹਾ ਹੈ। ਉਹਦੇ ਪੀਵਾਈਕਿਊ ਚੱਲ ਰਹੇ ਨੇ ਕਿ ਆਪਾਂ ਕਿਵੇਂ ਕਿਵੇਂ ਕੁਐਸਚਨ ਸੋਲਵ ਕਰਨੇ ਆ। ਸ਼ਾਇਦ ਤੁਹਾਨੂੰ ਬਹੁਤ ਅੱਛੀ ਤਰ੍ਹਾਂ ਆਈਡੀਆ ਹੋਏਗਾ ਸਾਡੀ ਵੀਡੀਓਜ਼ ਤੋਂ ਕਿ ਆਪਾਂ ਮੇਨ ਮੀਡੀਅਨ ਮੋਡ ਕਿਵੇਂ ਕਰਦੇ ਆ। ਇਨ ਸ਼ਾਰਟ, ਮੇਰਾ ਕਹਿਣ ਦਾ ਭਾਵ ਇੰਨਾ ਕਾ ਕਿ ਅਗਰ ਤੁਸੀਂ ਇਹ ਵੀਡੀਓਜ਼ ਲਗਾ ਰਹੇ ਹੋ ਲਗਾਤਾਰ, ਤਾਂ ਤੁਹਾਡੀ ਬਹੁਤ ਵਧੀਆ ਪ੍ਰੈਕਟਿਸ ਹੋਊਗੀ ਮੇਨ ਮੀਡੀਅਨ ਮੋਡ ਦੀ। ਔਰ ਕੁਐਸਚਨ ਵੀ ਉਵੇਂ ਆ ਰਹੇ ਨੇ। ਮੀਨ ਹੋ ਗਿਆ, ਮੀਡੀਅਨ ਹੋ ਗਿਆ, ਮੋਡ ਹੋ ਗਿਆ, ਸਟੈਂਡਰਡ ਡੇਵੀਏਸ਼ਨ ਹੋ ਗਿਆ। ठीक है जी, अपना रिलेशन हो गया, रिग्रेशन हो गया, कोरिलेशन हो गया, कोवेरियंस हो गया। कल तो आप पाई चार्ट भी करके देखे ने, पाई चार्ट किमें क्वेश्चन कढ़ते हैं, आप रेशो किमें लगाने हैं, ठीक है, कंपैरिजन किमें करते हैं। ਅੱਜ ਕੁਝ ਨਵੀਂ ਚੀਜ਼ਾਂ ਦੇਖਾਂਗੇ। ਨਵੀਂ ਚੀਜ਼ਾਂ ਕਿਹੜੀਆਂ ਜੋ ਪੀਪੀਐਸਸੀ ਨੇ ਲਗਾਤਾਰ ਪਾਈਆਂ ਨੇ ਜਾਂ ਪੀਪੀਐਸਸੀ ਪਾ ਸਕਦਾ ਹੈ। ਤਾਂ ਅਗਰ ਆਪਾਂ ਦੇਖੀਏ ਹੁਣ, ਪਹਿਲਾ ਕੁਝ ਕੱਲ ਆਪਾਂ ਕਰਕੇ ਗਏ ਸੀ ਕਿ ਮੀਨ ਵੈਲਿਊ ਦਿੱਤੀ ਹੋਈ ਸੀ ਆਪਾਂ ਨੂੰ, ਰਾਈਟ ਕਲਾਸ। ਮੀਨ ਵੈਲਿਊ ਦਿੱਤੀ ਹੋਈ ਸੀ ਆਪਾਂ ਨੂੰ ਕੱਲ ਕਰਕੇ ਗਏ ਲਾਸਟ ਵੀਡੀਓ ਤੱਕ। ਮੀਨ ਮੰਥਲੀ ਸੈਲਰੀ ਮੇਲ ਦੀ ਫੀਮੇਲ ਦੀ ਦਿੱਤੀ ਹੋਈ ਸੀ ਆਪਾਂ ਨੂੰ। ਆਪਾਂ ਸੈਟੇ ਕੱਢੀ ਸੀ, ਸੈਟੇ ਕੱਢੀ ਬਣਾ ਆਪਣੇ ਆ ਗਈ ਸੀ। ਆਪਣੀ ਲਾਸਟ ਵੀਡੀਓ ਇੱਥੇ ਖਤਮ ਹੋਈ ਸੀ, ਸ਼ਾਇਦ ਤੁਸੀਂ ਚੈੱਕ ਕਰਿਓ ਪਲੀਜ਼। ਜਿਹੜੇ ਅੱਜ ਡਾਇਰੈਕਟ ਇਸ ਵੀਡੀਓ ਤੇ ਆਏ ਹੋ, ਇਸ ਤੋਂ ਪਹਿਲੀ ਵੀਡੀਓ ਸਾਡੇ YouTube ਚੈਨਲ ਤੇ ਪਈ ਆ ਲਾਂਚ ਪੜਾਈ ਇਸ ਦੇ, ਤੁਸੀਂ ਚੈੱਕ ਕਰ ਸਕਦੇ ਹੋ ਉੱਥੇ। ਸੋ ਉਸ ਤੋਂ ਅਗਲਾ ਕੁਐਸਚਨ ਆਪਾਂ ਕਰਿਆ ਸੀ ਕਿ ਮੀਨ ਤੇ ਸਟੈਂਡਰਡ ਡੇਵੀਏਸ਼ਨ ਆਪਾਂ ਦਿੱਤੀ ਹੋਈ ਸੀ, ਤੇ ਆਪਾਂ ਚੇਂਜ ਕਰਨਾ ਸੀ ਇਹਨੂੰ। ਕਰੈਕਟ ਮੀਨ ਤੇ ਇਨਕਰੈਕਟ ਮੀਨ ਵੀ ਕਹਿੰਦੇ ਆ ਆਪਾਂ। ਕਰੈਕਟ ਮੀਨ ਤੇ ਇਨਕਰੈਕਟ ਮੀਨ ਕਿਆ ਹੁੰਦੇ ਵੀ ਜਦੋਂ ਆਪਣੇ ਕੋਲ ਕੋਈ ਮੀਨ ਦੇ ਵਿੱਚ ਆਪਾਂ ਨੇ ਡਿਡਕਟ ਕਰਨੀ ਹੈ ਕੋਈ ਚੀਜ਼, ਜਾਂ ਇੰਕਰੀਜ਼ ਕਰਨੀ ਹੈ ਡਿਕਰੀਜ਼ ਕਰਨੀ ਹੈ, ਉਹਦੇ ਉੱਪਰ ਵੀਡੀਓ ਹੁੰਦੀ ਆ। ਠੀਕ ਹੈ, ਆਪਾਂ ਕਰੀ ਸੀ ਜਦੋਂ, ਉਹ ਲਾਸਟ ਵੀਡੀਓ ਆਪਾਂ ਕਰ ਚੁੱਕੇ ਆ। ਉਹ ਪਲੀਜ਼ ਚੈੱਕ ਕਰ ਲਿਓ, ਚੰਗੀ ਤਰ੍ਹਾਂ ਤੁਹਾਨੂੰ ਆਈਡੀਆ ਹੋ ਜਾਊਗਾ ਵੀ ਕਿੰਨਾ ਕੁ ਆਪਾਂ ਕੀਤਾ ਹੋਇਆ। ਸੋ ਨਾਓ ਟੁਡੇ ਅੱਜ ਦਾ ਕੁਐਸਚਨ ਹੈ ਪਹਿਲਾ ਜੋ ਲੈਕਚਰ ਦਾ, ਉਹ ਹੈ ਦ ਫੋਲੋਇੰਗ ਟੇਬਲ ਗਿਵ ਏਜ in a year of cars and annual maintenance cost in 100 rupees। ਇਹ ਜਦੋਂ 100 ਜਿਵੇਂ 1500, 1800, 2100, 2300, 2200 ਐਵੇਂ ਦਿੱਤਾ ਹੋਇਆ। ਆਪਾਂ ਯੂਜ਼ ਨਹੀਂ ਕਰਾਂਗੇ ਜਿਵੇਂ 100 ਯੂਜ਼ ਕਰਕੇ, ਜਸਟ ਮੈਂ ਸਮਝਾਉਣ ਲਈ ਦੱਸ ਰਿਹਾ। ਕਹਿੰਦੇ ਐਸਟੀਮੇਟ ਕਰੋ ਮੇਨਟੇਨੈਂਸ ਕੋਸਟ ਫॉर 4 ਈਅਰ ਆਫ ਅ 올ਡ ਕਾਰ ਆਫਟਰ ਫਾਈਂਡਿੰਗ ਦਾ ਰਿਗਰੈਸ਼ਨ ਇਕੁਏਸ਼ਨ। ਆ ਗਈ ਰਿਗਰੈਸ਼ਨ, ਠੀਕ ਹੈ ਜੀ। ਰਿਗਰੈਸ਼ਨ ਆਪਾਂ ਪਹਿਲਾਂ ਪੜ੍ਹੇ ਹੋਏ ਆ। ਜਿਨ੍ਹਾਂ ਨੇ ਪਹਿਲੀ ਵੀਡੀਓਜ਼ ਨਹੀਂ ਲਾਈਆਂ ਸਾਡੀ ਲਾਂਚਪੈਡ ਆਈਐਸ ਦੀ ਚੈਨਲ ਤੇ ਜਾਓ ਤੁਸੀਂ, ਉੱਥੇ ਸਟੈਟਿਸਟਿਕਸ ਦੀ ਅਗਰ ਤੁਸੀਂ ਦੇਖੋਗੇ ਤਾਂ ਤੁਹਾਨੂੰ ਮਿਲ ਜੂਗੀ ਸੀਰੀਜ਼। ਉਸ ਦੇ ਉੱਪਰ ਬੱਚੇ ਸਾਰਾ ਕੁਝ ਕਰਾਇਆ ਹੋਇਆ ਡਿਟੇਲ ਚ। ਉੱਥੇ ਮੀਨ, ਮੀਡੀਅਨ, ਮੋਡ, ਸਟੈਂਡਰਡ ਡੇਵੀਏਸ਼ਨ, ਰਿਗਰੈਸ਼ਨ, ਕੋਰਿਲੇਸ਼ਨ, ਕੋਐਫੀਸ਼ੀਐਂਟ ਆਫ ਕੋਰਿਲੇਸ਼ਨ, ਐਵਰੀਥਿੰਗ ਅਸੀਂ ਡਿਟੇਲ ਚ ਕਰਾਈ ਹੋਈ ਹੈ। ਤਾਂ ਤੁਸੀਂ ਅਗਰ ਉਹਨਾਂ ਨੂੰ ਵੀਡੀਓਜ਼ ਨੂੰ ਅੱਛੀ ਤਰ੍ਹਾਂ ਲਾਉਂਦੇ ਹੋ ਤਾਂ ਤੁਹਾਨੂੰ ਆਈਡੀਆ ਹੋ ਜਾਊਗਾ ਕਿ ਕਿਵੇਂ ਆਪਾਂ ਕਰਨਾ ਹੁੰਦਾ। ਸੋ ਉਸੇ ਤਰੀਕੇ ਨਾਲ ਆਪਾਂ ਅੱਜ ਅੱਗੇ ਵਧਾਂਗੇ। The following table give the age in a year of car and annual maintenance ਦਿੱਤੀ ਹੋਈ ਹੈ, ਠੀਕ ਹੈ। ਉਸ ਤੋਂ ਕੱਟਦਾ ਕੀ ਹੈ, ਐਸਟੀਮੇਟ ਕਰਨਾ ਹੈ ਮੇਨਟੇਨੈਂਸ ਕੋਸਟ ਫॉर 4 ਈਅਰ 올ਡ ਕਾਰ ਆਫਟਰ ਫਾਈਂਡਿੰਗ ਦਾ ਰਿਗਰੈਸ਼ਨ ਇਕੁਏਸ਼ਨ। ਤਾਂ ਅਲਟੀਮੇਟਲੀ ਆਪਾਂ ਨੂੰ ਰਿਗਰੈਸ਼ਨ ਇਕੁਏਸ਼ਨ ਚਾਹੀਦੀ ਹੈ। ਪਹਿਲਾਂ ਆਪਾਂ ਟੇਬਲ ਦੇਖ ਲਈਏ ਕਲਾਸ ਕੀ ਹੈ। ਟੇਬਲ 'ਚ ਆਪਣੇ ਕੋਲ x ਦਿੱਤਾ ਹੋਇਆ, y ਦਿੱਤਾ ਹੋਇਆ, ਆਪਾਂ ਰਿਗਰੈਸ਼ਨ ਕਰਵ ਕੱਢਾਂਗੇ। ਰਿਗਰੈਸ਼ਨ ਦੇ ਵਿੱਚ ਹੋਏਗਾ v y x, x ਦੀ y ਤੇ ਕੱਢਾਂਗੇ ਜਾਂ y ਦੀ x ਤੇ ਕੱਢਾਂਗੇ, ਇਹ ਦੇਖਣਾ ਹੁੰਦਾ ਆਪਾਂ ਨੇ। ਤਾਂ ਡਿਪੈਂਡ ਕਰਦਾ ਡਾਟਾ ਪੁੱਛਿਆ ਕਿਹੜਾ ਹੈ। ਆਪਾਂ ਡਾਟਾ ਪੁੱਛਿਆ ਕਿਹੜਾ ਹੈ, एस्टिमेट करना है मेंटेनेंस ऑफ ए 4 ईयर ओल्ड कार आफ्टर फाइंडिंग द रिग्रेशन इक्वेशन। चलो पहले रिग्रेशन पता करिए किवें करते हैं। लेट्स सी, देखो एक बार बोर्ड। हाँ जी क्लास, नंबर ध्यान रखियो बड़े। अपने को एक्स दिते गए हैं, आप रिग्रेशन इक्वेशन लावांगे। आप फाइंड करेंगे रिग्रेशन इक्वेशन। जेडी आप रिग्रेशन इक्वेशन पता करांगे वो होएगी y और x। क्यों सर? क्योंकि x वेरिएबल है, x अपनी की आ कार दी वैल्यू है। ठीक है, जी आप रिग्रेशन पुट करनी है वो 4 ईयर ओल्ड 5 ईयर ओल्ड वो कोस्ट दी थी अपन, वो आप पता करनी है। सो आप इक्वेशन लावांगे। इक्वेशन बनती है रिग्रेशन दी y माइनस y बार, ये मीन हुंदा है, इक्वल टू y x x माइनस x बार। ये हुंदी है अपनी रिग्रेशन दी इक्वेशन, जिहदे विच आपां सॉल्व करदे हां। ठीक है जी। सो इसका फॉर्मूला आप पढ़िया है, पहला भी पढ़ाया है फिर वीडियोस च, पर दोबारा कर देने। y vx का फॉर्मूला होता है n। n होती है नंबर ऑफ ऑब्जर्वेशन समेशन x y माइनस, सॉरी क्लास, समेशन x y, चलो तो कोई दोबारा ना बनाया। पर रिलेशन पता कर रहे थे v ऑफ y x जो कि बराबर होएगा n समेशन x समेशन एक्स वाई। जस्ट अ मिनट बच्चों, एन नंबर ऑफ ऑब्जर्वेशन समेशन एक्स वाई माइनस समेशन एक्स समेशन वाई। रिग्रेशन वास्ते यूज होता बेटा का फॉर्मूला जो आप बोर्ड पे लिख रहे हैं, डिवाइड बाय एन टाइम समेशन एक्स स्क्वायर माइनस माइनस समेशन x the whole square। So this is the formula that we will use for regression। की formula है n times summation xy minus summation x summation y
एन एक्स स्केयर वाई स्केयर विच माइनस ਆਊਗਾ ਬੇਟਾ ਠੀਕ ਹੈ ਸੋ ਇਹ ਆਪਾਂ ਨੂੰ ਕਰਵ ਦਿੱਤੀ ਹੋਈ ਹੈ ਆਪਾਂ ਨੂੰ ਆਲਰੇਡੀ ਐਕਸ ਵਾਈ ਦਿੱਤਾ ਹੋਇਆ ਹੈ ਆਪਾਂ ਐਕਸ ਵਾਈ ਦੀ ਵੈਲਿਊ ਤੋਂ ਕੱਢ ਲਾਂਗੇ ਆਪਾਂ ਠੀਕ ਹੈ ਜੀ ਸੋ ਕਹਿਣ ਦਾ ਭਾਵ ਕੀ ਆ ਆਪਾਂ ਰਿਗਰੈਸ਼ਨ ਫਾਈਂਡ ਕਰਨਾ ਜੋ ਕੁਐਸਚਨ ਦਿੱਤਾ ਹੋਇਆ था ਤਾਂ ਉਹਦੇ ਲਈ ਆਪਣੇ ਕੋਲ ਐਕਸ ਦਿੱਤਾ ਹੋਇਆ ਹੈ ਐਕਸ ਦਿੱਤਾ ਹੋਇਆ ਆਪਾਂ ਨੂੰ ਵਾਈ ਦਿੱਤਾ ਹੋਇਆ ਆਪਾਂ ਨੂੰ ਆਪਾਂ ਸਮੇਸ਼ਨ एक्स स्केयर चाहिए एक्स का स्केयर कर लांगे ਆਪਾਂ ਨੂੰ एक्स वाई चाहिए ਆਪਾਂ एक्स वाई कर ਲਾਂਗੇ ਸੋ x ਦਿੱਤਾ ਹੋਇਆ ਆਪਾਂ ਨੂੰ 1 3 5 7 9 y ਦਿੱਤਾ ਹੋਇਆ ਆਪਾਂ ਨੂੰ 15 18 21 21 23 ठीक है जी 1 3 5 7 9 ਆਪਾਂ ਨੂੰ x ਦਿੱਤਾ ਹੋਇਆ 15 18 21 23 22 ਆਪਾਂ ਨੂੰ x ਤੇ y ਦਿੱਤੇ ਹੋਏ ਨੇ ਹੁਣ ਆਪਾਂ x ਸਕੇਅਰ ਕਰ ਲਾਂਗੇ 1 ਦਾ ਸਕੇਅਰ 1 3 ਦਾ ਸਕੇਅਰ 9 5 ਦਾ 25 7 ਦਾ 49 8 9 ਦਾ 81 ठीक है जी देन आप x y कर लांगे 1 * 15 15 18 3 54 54 21 5 105 23 7 7 21 2 7 1 ठीक है जी 161 देन 198/9 ठीक है जी इना सब दे ਆਪਾਂ ਸਮੇਸ਼ਨ ਕਰ ਲਾਂਗੇ ਕਿਉਂ ਕਰ ਲਾਂਗੇ ਕਿਉਂਕਿ ਆਪਾਂ ਨੂੰ ਜ਼ਰੂਰਤ ਪੈਣੀ ਹੈ ਇਹਦਾ ਸਮੇਸ਼ਨ ਕਰਾਂਗੇ 25 ਆ ਰਿਹਾ ਇਹਦਾ ਸਮੇਸ਼ਨ ਕਰਾਂਗੇ ਆਪਾਂ ठीक है 99 आ रहे हैं चेक कर लो प्लीज ਇਹਦਾ ਸਮੇਸ਼ਨ ਕਰਾਂਗੇ x ਸਕੁਅਰ ਦਾ 165 ਆ ਰਿਹਾ ਇਹਦਾ ਸਮੇਸ਼ਨ ਕਰਾਂਗੇ ਆਪਾਂ x y ਦਾ ਤੇ ਆਪਣੇ ਕੋਲ 533 ਆ ਰਿਹਾ ਹੈ ठीक है प्लीज चेक करो क्लास नोट करो ठीक है जी सो डाटा नोट करो प्लीज ਆਪਾਂ ਕੱਢ ਕੀ ਰਹੇ ਹਾਂ ਆਪਾਂ ਰਿਗਰੈਸ਼ਨ ਕੱਢ ਰਹੇ ਹਾਂ ਰਿਗਰੈਸ਼ਨ ਕਿਉਂ ਕੱਢ ਰਹੇ ਹਾਂ ਕਿਉਂਕਿ ਉਹਨੇ ਕਿਹਾ ਕਿ ਐਸਟੀਮੇਟ ਕਰੋ ਰਿਗਰੈਸ਼ਨ ਕਰਵ ਰਿਗਰੈਸ਼ਨ ਕੱਢਣ ਦਾ ਸਿੰਪਲ ਜਿਹਾ ਫਾਰਮੂਲਾ ਕਿ ਆਪਾਂ ਰਿਗਰੈਸ਼ਨ ਦੀ ਕੋਫੀਸ਼ੀਐਂਟ ਕੱਢਾਂਗੇ ਵਿਚ ਇਜ਼ v ਆਫ yx ਉਹਦੇ ਲਈ ਆਪਾਂ ਕੀ ਕਰਾਂਗੇ ਫਾਰਮੂਲਾ ਹੁੰਦਾ n ਨੰਬਰ ਆਫ ਆਬਜ਼ਰਵੇਸ਼ਨ ਜਿਵੇਂ 1 2 3 4 5 ਨੇ ਸਮੇਸ਼ਨ xy ਕੱਢ ਲਿਆ ਆਪਾਂ ਨੇ ਮਾਈਨਸ ਸਮੇਸ਼ਨ x ਕੱਢ ਲਿਆ ਆਪਾਂ ਨੇ ਸਮੇਸ਼ਨ y ਕੱਢ ਲਿਆ ਆਪਾਂ ਨੇ n x ਸਕੁਅਰ n ਉਹੀ ਨੰਬਰ ਆਫ ਆਬਜ਼ਰਵੇਸ਼ਨ x ਸਕੁਅਰ ਆ ਸਮੇਸ਼ਨ ਆ ਗਿਆ x ਦਾ ਸਮੇਸ਼ਨ x ਦਾ ਹੋਲ ਸਕੁਅਰ ਉਹ ਵੀ ਆ ਗਿਆ ਸੋ ਜਸਟ ਆਪਾਂ ਨੂੰ ਕੀ ਕਰਨਾ ਇਸ ਵੈਲਿਊ ਪੁੱਟ ਕਰਨੀ ਹੈ ਇਸ ਰਿਗਰੈਸ਼ਨ ਕਰਵ ਆਪਣੀ ਆ ਜੂਗੀ ਠੀਕ ਹੈ ਤਾਂ ਦੇਖੋ ਕੈਲਕੂਲੇਸ਼ਨ ਮੈਂ ਆਲਰੇਡੀ ਕਰਕੇ ਲਿਖਿਆ ਆਇਆ ਥੋੜੀ ਜਿਹੀ ਤੁਹਾਡੇ ਲਈ ਤਾਂ ਕਿ ਤੁਹਾਨੂੰ ਈਜ਼ੀ ਰਹੇ ਆਪਾਂ ਨੂੰ ਇੱਕ ਮੀਨ ਦੀ ਲੋੜ ਪਏਗੀ ਆਪਾਂ ਪਹਿਲਾਂ ਮੀਨ ਕੱਢ ਰੱਖਦੇ ਇੱਥੇ ਮੀਨ क्या ਹੁੰਦਾ ਹੈ ਹੁਣ ਆਪਾਂ ਨੇ ਅਗਰ ਆਪਾਂ ਦੇਖੋ ਦੇਖੇ ਰਹੇ x ਦਾ ਮੀਨ ਕੱਢਣਾ ਮੀਨ ਦਾ ਫਾਰਮੂਲਾ ਕੀ ਹੈ ਸਮੇਸ਼ਨ x ਬਾਈ n y ਦਾ ਮੀਨ ਕੀ ਹੈ ਅਗਰ ਆਪਣੀ ਜਿਹੜੀ ਰਿਲੇਸ਼ਨ ਕਰਵ ਨਾਲ ਲੋੜ ਪਏਗੀ ਆਪਾਂ ਨੂੰ ਸਮੇਸ਼ਨ y ਬਾਈ n ਸੋ ਇੱਥੋਂ ਆਪਾਂ ਕੱਢ ਲਾਂਗੇ ठीक है जी सो समेशन बी ए ਆਪਾਂ ਮੀਨ ਕੱਢੇ ਰੱਖ ਲਾਂਗੇ ਇਹ ਆਪਾਂ b ਆਫ x y ਕੱਢ ਲਾਂਗੇ ਜਦੋਂ ਆਪਣੇ ਕੋਲ ਸਾਰਾ ਆ ਜਾਊਗਾ ਇਹ ਹੁਣ ਕੁਝ ਨਹੀਂ ਕਰਨਾ ਬਸ ਵੈਲਿਊ ਫਿਲ ਕਰੋ b ਆਫ x y ਪਹਿਲਾਂ ਇਹਦੀ ਵੈਲਿਊ ਕੱਢ ਲਈ ਆਪਾਂ b ਆਫ y x ਇਹਦੀ ਵੈਲਿਊ ਆ ਜਾਏਗੀ ਆਪਣੇ ਕੋਲ 5 ਨੰਬਰ ਆਫ ਆਬਜ਼ਰਵੇਸ਼ਨ ਕਿਵੇਂ ਸਰ 1 2 3 4 5 ਠੀਕ ਹੈ ਜੀ ਉਸ ਤੋਂ ਬਾਅਦ ਸਮੇਸ਼ਨ x y ਆ ਰਿਹਾ ਆਪਣੇ ਕੋਲ ਸਮੇਸ਼ਨ x y 533 ਮਾਈਨਸ ਸਮੇਸ਼ਨ x 25 ਸਮੇਸ਼ਨ y 99 डिवाइड बाय n 5 समेशन x का होल स्क्वायर 165 165 माइनस समेशन x 25 25 ਦਾ ਵੀ होल स्क्वायर सो होपफुली डन ठीक है जी 5 * 533 25 * 99 5 * 165 माइनस 25 ਦਾ स्क्वायर सो ਇਹਨੂੰ ਸੋਲਵ ਕਰਾਂਗੇ ਆਨਸਰ ਆ ਜਾਊਗਾ 190 बाय 200 which is 0.95 अच्छा ठीक है सो होपफुली ਇੰਨੀ ਗੱਲ ਸਮਝ ਆ ਗਈ ਸਭ ਦੇ ਦਿਮਾਗ 'ਚ ਕਰਨਾ ਕੁਝ ਨਹੀਂ ਹੁੰਦਾ ਸਭ ਤੋਂ ਪਹਿਲਾਂ ਜਦੋਂ ਵੀ ਰਿਗਰੈਸ਼ਨ ਕੱਢਣਾ ਹੈ ਆਪਾਂ ਰਿਗਰੈਸ਼ਨ ਕਰਵ ਕੱਢਾਂਗੇ ਉਹ ਕਿਵੇਂ ਨਿਕਲੂਗੀ ਸਭ ਤੋਂ ਪਹਿਲਾਂ ਆਪਣੇ ਕੋਲ x ਦਿੱਤਾ ਹੋਊਗਾ y ਦਿੱਤਾ ਹੋਊਗਾ ਹਾਂ ਆਪਾਂ ਇਹ ਦੇਖਣਾ ਹੁੰਦਾ ਕਿ x ਦਾ y ਤੇ ਕਰਨਾ ਹੈ ਜਾਂ y ਦਾ x ਤੇ ਕਰਨਾ ਹੈ ਉਹਦੇ ਲਈ ਕੀ ਕਰੋ ਜਿਹੜਾ x ਦਿੱਤਾ ਹੋਇਆ x ਦਾ ਸਮੇਸ਼ਨ ਕਰ ਦਿਓ y ਦਾ ਸਮੇਸ਼ਨ ਕਰ ਦਿਓ x ਦਾ ਸਕੁਅਰ ਕਰ ਦਿਓ x y ਕਰ ਦਿਓ ਤੇ ਆਪਣੇ ਕੋਲ ਕੋਫੀਸ਼ੀਐਂਟ ਹੋਏਗਾ ਰਿਲੇਸ਼ਨ ਦਾ vxy ਉਹ vx ਦੇ ਕੋਫੀਸ਼ੀਐਂਟ ਕਰ ਦਿਓ ਇਹ x y ਹੈ ਬੇਟਾ bfxy ਤੇ ਕੱਢ ਕੇ ਆ ਵੈਲਿਊ ਆ ਗਈ ਤੁਸੀਂ ਮੀਨ ਆਲਰੇਡੀ ਕੱਢੇ ਹੋਣਗੇ ਮੀਨ ਦਾ ਫਾਰਮੂਲਾ ਕਿਆ ਹੋਏਗਾ ਇੱਥੇ 5 5 ਆ ਜਾਏਗਾ 5 ਲਿਖ ਲਿਓ ਤੇ ਇੱਥੇ 99 ਬਾਏ 5 ਕਰੋਗੇ ਇਹਦੀ ਵੈਲਿਊ ਆ ਜਾਏਗੀ ਸੋ ਇਹ ਦੋਨੋਂ ਵੈਲਿਊ ਆ ਕੇ ਪੁੱਟ ਕਰ ਲਿਓ ਯੂ ਵਿਲ ਗੈਟ ਦਾ ਇਕੁਏਸ਼ਨ ਸੋ ਅਗਰ ਆਪਾਂ ਗੱਲ ਕਰੀਏ ਜਿਹੜੀ ਰਿਗਰੈਸ਼ਨ ਇਕੁਏਸ਼ਨ ਚੱਲ ਰਹੀ ਥੀ ਉਸ ਚਾਹੀ ਥਾ estimate the maintenance cost for 4-year old car finding the regression equation आओ इक्वेशन आइए ਆਪਾਂ ਵੈਲਿਊਜ਼ ਦੇਖ ਚੁੱਕੇ ਸਾਰੀਆਂ ਠੀਕ ਹੈ ਆਪਾਂ ਵੈਲਿਊਜ਼ ਦੇਖ ਚੁੱਕੇ ਸਾਰੀਆਂ ਹੁਣ ਵੈਲਿਊਜ਼ ਦੇ ਉੱਪਰ ਧਿਆਨ ਦੇਣਾ ਜਰਾ ਠੀਕ ਹੈ ਜੀ ਹੁਣ ਇਕੁਏਸ਼ਨ ਕੀ ਬਣੇਗੀ y - y ਬਾਰ ਵੈਸੇ ਬਾਰ ਬੋਲਦੇ ਹੋ ਇਹਦਾ ਮਤਲਬ ਮੀਨ ਹੁੰਦਾ ਹੈ v of xy into x minus x ਬਾਰ ਠੀਕ ਹੈ ਜੀ y minus y ਬਾਰ ਕੀ ਜਾਏਗਾ ਹੁਣ ਆਪਣੇ ਕੋਲ y ਬਾਰ ਚ ਆਪਾਂ ਵੈਲਿਊ ਕੱਢੀ ਹੋਈ ਹੈ
तो दस था 99/5 करोगे 99.8। वी ऑफ एक्स वाई आप होने कट के हटे हैं पॉइंट, 0.95 वैल्यू कटी ਆਪਾਂ ਨੇ माइनस एक्स कितना था 5 आया था अपना। तो दिस इज द रिग्रेशन इक्वेशन। होपफुली समझ आ गई। हुन y के बराबर आएगा 0.95 x माइनस 5 प्लस 19.8। ठीक है जी, एरो सॉल्व कर लिया। आप फर्दर सॉल्व करिए तो कुछ ऐसी बन जाएगी इक्वेशन। 0.95 इन्हों मल्टीप्लाई करके यूज करांगे, जो माइनस करके प्लस करांगे, ये बात भी होगा 15.05। उन्होंने कितने ईयर ओल्ड कार कही है? उन्होंने क्या 4 ईयर ओल्ड कार दी। 4 ईयर ओल्ड मतलब एक्स की वैल्यू 4 आ गई, जिथे एक्स है उसे 4 पुट कर देंगे। सो 0.95 इंटू 4 प्लस 15.15 बेटा है 0.5। सॉल्व कर लो, वैल्यू आ रही है अप्रोक्सीमेटली, ठीक है जी, y की वैल्यू आ रही है 18.85। ठीक है, ये आ गई ईयर वास्ते। उस तो बाद टोटल कॉस्ट की है, मल्टीप्लाई 100 कर दो जितना था, आंसर आ जाएगा 1895 रुपये। तो मतलब अगर तुम कार नो जी 4 साल ओल्ड कार की मेंटेनेंस करनी है तो ਤੁਹਾਨੂੰ 1895 रुपये खर्च करने पैने ਆ। ਇਹ ਤੁਹਾਡੀ रिग्रेशन इक्वेशन है, ये अपना सोल्व करके आ गया था फर्दर सिंपलीफाई करके। देन आफ्टर उन्होंने 4 ईयर ओल्ड किया था तो एक्स की वैल्यू में 4 पुट करती, ये ईयर आ गए। उस तो बाद उन्होंने मल्टीप्लाई कॉस्ट कही थी करके आंसर आ गया। सो इन दिस वे यू कैन प्रोसीड। सो दिस इज अ वे हाउ टू टेकल द रिग्रेशन क्वेश्चन। तो रिग्रेशन कुछ नहीं होता, सिंपल है रिग्रेशन करना। एक्स है, एक्स कर लो, वाई कर लो, एक्स स्क्वायर एक्स वाई समेशन करके वी ऑफ एक्स वाई कर लो। उस तो बाद सिंपल जी इक्वेशन है वाई माइनस वाई बार एक्स माइनस एक्स बार यूज करो, कॉफिशिएंट पुट करो, आंसर आ जाएगा। एंड दिस इज द रिग्रेशन कॉफिशिएंट किਵੇਂ ਕੱਢਣਾ है हम दस चुके हैं। वाई ऑन एक्स एक्स ऑन वाई ये अपन पढ़ के बाद चल जाएगा सेंस कि अपन ने केड़ा डाटा यूज करना है, ਜਿਹਦੇ ਉੱਪਰ यूज करना है ਕਰਵ ਦੇ ਉਹ ਹੋ ਜਾਊਗਾ सेकंड नंबर ਤੇ ਜਿਸ ਦੇ ਦੁਆਰਾ ਯੂਜ਼ ਕਰਨਾ ਹੈ। ਕਿਉਂਕਿ ਦੇਖੋ ਰਿਗਰੈਸ਼ਨ ਚ ਦੋ ਵੇਰੀਏਬਲ ਹੁੰਦੇ ਨੇ, ਇੱਕ x ਵੇਰੀਏਬਲ ਹੁੰਦਾ, ਇੱਕ y ਵੇਰੀਏਬਲ ਹੁੰਦਾ ਹੈ। ਦੋਨੋਂ ਇੰਡੀਪੈਂਡੈਂਟ ਵੇਰੀਏਬਲ ਨਹੀਂ ਹੁੰਦੇ। ਜਿਵੇਂ ਕੋਵੇਰੀਅੰਸ ਹੁੰਦਾ ਹੈ ਉਸ 'ਚ ਦੋਨੋਂ ਵੇਰੀਏਬਲ ਇੰਡੀਪੈਂਡੈਂਟ ਹੁੰਦੇ ਨੇ, ਚਾਹੇ ਉਹ x ਦਾ ਹੋਵੇ ਚਾਹੇ ਉਹ y ਦਾ ਹੋਵੇ। ਇੱਥੇ ਇੰਡੀਪੈਂਡੈਂਟ ਨਹੀਂ ਹੁੰਦੇ, ਇੱਥੇ ਜਾਂ ਤਾਂ y x ਤੇ ਡਿਪੈਂਡ ਕਰੇਗਾ ਜਾਂ x y ਤੇ ਡਿਪੈਂਡ ਕਰੇਗਾ। ਮਤਲਬ ਇੱਕ ਵੇਰੀਏਬਲ ਡਿਪੈਂਡੈਂਟ ਦੂਜਾ ਇੰਡੀਪੈਂਡੈਂਟ। ਸੋ ਉਸੇ ਚੀਜ਼ ਨੂੰ ਆਪਾਂ ਧਿਆਨ ਚ ਰੱਖਦੇ ਹੋਏ ਕੁਐਸਚਨ ਕਰਾਂਗੇ। ਸੋ ਇੱਥੇ ਆਪਣੇ ਕੋਲ ਡਿਪੈਂਡੈਂਟ ਇੰਡੀਪੈਂਡੈਂਟ ਕਿਹੜਾ ਹੋਊਗਾ ਉਹ ਆਪਾਂ ਕੁਐਸਚਨ पढ़ांगे। अगर एक्स वाई ਤੇ आ रहा है, एक्स डिपेंडेंट है वाई इंडिपेंडेंट है तो बी ऑफ वाई एक्स बनेगा। अगर वाई डिपेंडेंट है तो बी ऑफ एक्स वाई बनेगा। इक्वेशन थोड़ी चेंज हो जाएगी, इतने एक्स माइनस एक्स बार बी एक्स वाई वाई माइनस वाई बार आएगा और तो क्वेश्चन सॉल्व कर लियो, यू विल गेट द राइट आंसर। सो दिस इज द वे टू सॉल्व इट। होपफुली क्लियर। प्लीज चेक कर लो, करो जो ऑफलाइन बैठे हो प्लीज इतने नोट कर लो, कोई डाउट है पूछ लियो, करो नोट। ठीक है, हो गए नोट, कर लो टेक योर टाइम, एक मिनट लाओ। बट ਤੁਹਾਨੂੰ ਆਣਾ ਚਾਹੀਦਾ है, इस तो पहले कैलकुलेशन आप कर चुके थे, सारी कैलकुलेशन करके वैल्यू पुट की है, बस आंसर डन। ठीक है जी, चलो कर लो प्लीज। और जो यूट्यूब से कर रहे होंगे प्लीज वीडियो पॉज करके थे नोट करके फिर आगे बढ़ जियो। ओके भाई, अगला क्वेश्चन। अगला क्वेश्चन अपने को आया वेरी इंपॉर्टेंट सिंपल अपने को ਕੀਤਾ ਹੈ ਗ੍ਰਾਫਿਕਲ ਡਾਟਾ ਦਿੱਤਾ ਹੋਇਆ ਹੈ। ਆਪਾਂ ਨੂੰ ਉਹਦੇ ਵਿੱਚ ਬਾਰ ਗ੍ਰਾਫ ਦਿੱਤੇ ਹੋਏ ਨੇ। ਠੀਕ ਹੈ ਜੀ, ਦੋ ਤਰ੍ਹਾਂ ਦੇ ਗ੍ਰਾਫ ਹੁੰਦੇ ਨੇ, ਇੱਕ ਹਿਸਟੋਗ੍ਰਾਮ ਹੁੰਦਾ, ਇੱਕ ਬਾਰ ਗ੍ਰਾਫ ਹੁੰਦਾ ਹੈ। ਪਹਿਚਾਨ ਕੀ ਹੁੰਦੀ ਹੈ? ਹਿਸਟੋਗ੍ਰਾਮ ਦੇ ਵਿੱਚ ਕੀ ਹੁੰਦਾ, ਨਾਲ ਨਾਲ ਜੋੜ ਕੇ ਬਣਿਆ ਹੁੰਦਾ, ਸਪੇਸ ਨਹੀਂ ਹੁੰਦੀ। ਬਾਰ ਗ੍ਰਾਫ ਦੇ ਵਿੱਚ ਜਿਹੜੀ ਆਪਾਂ ਬਾਰਸ ਬਣਾਉਂਦੇ ਆ ਉਹ ਸਪੇਸ ਨਾਲ ਨਾਲ ਬਣਦੀ ਹੁੰਦੀ ਹੈ। ਠੀਕ ਹੈ, ਸੋ ਆਪਾਂ ਇਹੀ ਚੀਜ਼ ਦੇਖਣੀ ਹੁੰਦੀ ਹੈ ਕਿ ਆਪਣੇ ਕੋਲ ਬਾਰ ਗ੍ਰਾਫ ਬਣ ਰਿਹਾ ਹੈ ਹਿਸਟੋਗ੍ਰਾਮ ਬਣ ਰਿਹਾ ਹੈ। ਨਾਓ ਆਪਣੇ ਕੋਲ ਦਿੱਤਾ ਕੀ ਹੋਇਆ ਦੇਖਦੇ ਹਾਂ। ਕਹਿੰਦਾ ਦਾ ਫੋਲੋਇੰਗ डायग्राम represent number of students passed the CAT exam, exact exam और CET exam or none जिन्होंने कुछ भी पास नहीं किया। has assumed that no student who passed more than one exam, मतलब एक बच्चे ने एक को पेपर पास किया है। ठीक है, what is the percentage of students who succeed in the at least one of the three exams in 2000 2000 ਦੇ ਵਿੱਚ ਐਟਲੀਸਟ ਇੱਕ ਐਗਜ਼ਾਮ ਪਾਸ ਹੋਇਆ ਹੋਵੇ। ਹੁਣ ਦੇਖੋ ਇਹ ਆਪਣੇ ਕੋਲ ਜੋ ਗ੍ਰਾਫ ਹੈ ਥੋੜਾ ਜਿਹਾ ਘੱਟ ਮੈਨੂੰ ਲੱਗਦਾ ਵਿਜ਼ੀਬਲ ਹੋਊਗਾ ਤੁਹਾਨੂੰ ਬੱਚੋਂ, ਪਰ ਕੋਈ ਗੱਲ ਨਹੀਂ, ਆਈ ਵਿਲ ਕਲੈਰੀਫਾਈਡ। ਇਹ ਆਪਣੇ ਕੋਲ ਐਗਜ਼ਾਮ ਦਿੱਤਾ ਹੋਇਆ ਜਿਵੇਂ 2000 ਦਾ ਡਾਟਾ ਦਿੱਤਾ ਹੋਇਆ ਹੈ। ਠੀਕ ਹੈ, ਇਹ 2002 ਦਾ ਜਾਂ ਅੱਗੇ ਦਾ ਡਾਟਾ ਦਿੱਤਾ ਹੋਇਆ ਹੈ। ਸੋ ਇਹਦੇ ਵਿੱਚ ਦਿੱਤਾ ਕੀ ਹੋਇਆ, ਇਹਦੇ ਵਿੱਚ ਕਹਿੰਦੇ ਜਿਹੜਾ ਇਹ ਥੱਲੇ ਵਾਲਾ ਹੈ ਇਹ ਕੈਟ ਵਾਲੇ ਸਟੂਡੈਂਟ ਹੈ, ਇਹ ਐਗਜ਼ੈਕਟ ਵਾਲੇ ਸਟੂਡੈਂਟ ਹੈ, ਇਹ ਸੀਈਟੀ ਵਾਲੇ ਸਟੂਡੈਂਟ ਹੈ, ਇਹ ਉਹ ਸਟੂਡੈਂਟ ਹੈ ਜਿਹਨੇ ਕੋਈ ਐਗਜ਼ਾਮ ਪਾਸ ਨਹੀਂ ਕੀਤਾ। ਆਪਾਂ ਨੂੰ ਡਾਟਾ ਕੀ ਦਿੱਤਾ ਹੋਇਆ ਇਹ ਮੈਟਰ ਕਰਦਾ ਹੈ। ਕਹਿੰਦਾ ਦਾ ਫੋਲੋਇੰਗ डायग्राम represent number of students who passed the CAT exam, exact exam
ਔਰ ਸੀਈਟੀ ਐਗਜ਼ਾਮ ਔਰ ਨਨ, ਮਤਲਬ ਇੱਕ ਬਲਾਕ ਦੇ ਵਿੱਚ ਚਾਰ ਦਿੱਤੇ ਹੋਏ ਨੇ। ਜਿਨ੍ਹਾਂ ਨੇ ਕੈਟ ਦਾ ਐਗਜ਼ਾਮ ਕੀਤਾ ਇਹ ਨੰਬਰ, ਐਗਜ਼ੈਟ ਦਾ ਐਗਜ਼ਾਮ ਦਿੱਤਾ ਇਹ ਨੰਬਰ, ठीक है, सीईटी एग्जाम ਦਿੱਤਾ ਇਹ ਨੰਬਰ, ਇਹ ਉਹ ਨੰਬਰ 99 ਹੋਏਗਾ। ਠੀਕ ਹੈ ਬੇਟਾ, ਨੰਬਰ ਮੈਂ ਵੈਰੀਫਾਈ ਕਰ ਦੇਣਾ ਸ਼ਾਇਦ ਥੋੜਾ ਟੈਕਨੀਕਲੀ ਜਦੋਂ ਉਹਨਾਂ ਨੇ ਗ੍ਰਾਫ ਪਿਕ ਕੀਤਾ ਹੋਣਾ ਪ੍ਰੀਵੀਅਸ ਪੇਪਰ ਤੋਂ ਵੈਲਿਊਜ਼ ਨਹੀਂ ਆਈ, ਡੋਂਟ ਵਰੀ, ਆਈ ਵਿਲ ਸ਼ੋ ਦ ਨੰਬਰਸ ਇਨ ਦ ਗ੍ਰਾਫ। ਬਟ ਜਦੋਂ ਤੁਸੀਂ ਪੇਪਰ ਤੇ ਦੇਖੋਗੇ ਤਾਂ ਤੁਹਾਨੂੰ ਕਲੀਅਰ ਲਿਖੇਗਾ, ਜਿਵੇਂ ਉਹਦੇ ਚਾਰਟ ਐ ਬਣਿਆ ਹੋਏਗਾ ਇੱਥੇ, ਜਿਵੇਂ ਸਪੋਜ਼ ਕਰੋ ਜਸਟ ਐਗਜ਼ਾਮਪਲ ਲੈ ਰਿਹਾ, ਉਹਦੇ 0 ਹੋਏਗਾ, ਉਹਦੇ 20 ਹੋਏਗਾ, ਉਹਦੇ ਅਗਰ 40 ਹੈ, ਉਹਦੇ 80 ਹੈ, ਉਹਦੇ 60 ਹੈ, ਤਾਂ ਇਸ ਤਰ੍ਹਾਂ ਬਣੇਗਾ। ਇਹ ਗੈਪ 20 ਦਾ ਇਹ 20 ਹੋ ਗਏ, ਇਹ ਗੈਪ 20 ਦਾ ਇਹ 20 ਹੋ ਗਏ, ਗੈਪ 40 ਦਾ। ਇਹਦਾ ਮਤਲਬ ਇਹ ਨਹੀਂ ਕਿ ਸੀईटी ਵਾਲੇ 80 ਨਹੀਂ, ਇਹਦਾ मतलब है कि सीईटी वाले 40 नहीं। ठीक है, मतलब व्हाट आई एम ट्राइंग टू से, आई एम ट्राइंग टू से सिंपल थिंग इज कि अगर अपने को इस तरह बार्स ਦੀ ਫਾਰਮ ਦੇ ਵਿੱਚ ਡਾਟਾ ਆਂਦਾ ਹੈ ਤਾਂ ਬਾਰਸ ਨੂੰ ਆਪਾਂ ਇਸ ਤਰ੍ਹਾਂ ਪੜਨਾ ਹੁੰਦਾ ਹੈ। ਇਹ ਜਿਹੜੀ ਬੇਸਿਕ ਹੈ, ਜਿਵੇਂ 20 ਲੈ ਲਓ, ਓਕੇ ਲੈ ਲਿਆ ਸਰ, ਇਹ ਵਾਲੀ ਚੀਜ਼ ਨੂੰ ਆਪਾਂ ਅਗਰ 60 ਦਿੱਤਾ ਹੈ ਜਾਂ 50 ਦਿੱਤਾ ਹੈ ਮੰਨ ਲਓ, ਤਾਂ ਜੋ ਡਿਫਰੈਂਸ ਹੋਏਗਾ ਉਹ ਇਹਦੀ ਵੈਲਿਊ ਹੋਏਗੀ, ਇਹਦਾ ਜੋ ਡਿਫਰੈਂਸ ਹੋਏਗਾ ਉਹ ਇਹਦੀ ਵੈਲਿਊ ਹੋਏਗੀ, ਇਹਦਾ ਡਿਫਰੈਂਸ ਇਹਦੀ ਵੈਲਿਊ ਹੋਏਗੀ। ਸੋ ਇਨ ਦਿਸ ਵੇ ਵੀ ਵਿਲ गेट द ग्राफ। ठीक है, ਗੱਲ ਸਮਝ ਆ ਗਈ? का देख लो, कोई डाउट ਤਾਂ ਨਹੀਂ ਕਿਸੇ ਨੂੰ, ਸਿੰਪਲ ਗੱਲ ਹੈ। ਇੱਕ ਆਪਣੇ ਕੋਲ ਬਾਰ ਗ੍ਰਾਫ ਦਿੱਤਾ ਹੋਇਆ, ਉਹਦੇ ਵਿੱਚ ਦੋ ਬਾਰਸ ਨੇ ਜੋ ਸ਼ੋ ਕਰ ਰਹੀਆਂ ਨੇ ਨੰਬਰ ਆਫ ਸਟੂਡੈਂਟਸ ਕਿਹੜੇ ਕਿਹੜੇ ਐਗਜ਼ਾਮਸ ਲਈ ਕਦੋਂ ਕਦੋਂ ਅਪੀਅਰ ਹੋਏ। ਠੀਕ ਹੈ ਜੀ, ਹੁਣ ਇਸ ਪੁੱਛਿਆ ਕੀ ਹੈ, व्हाट इज द परसेंटेज ऑफ स्टूडेंट who succeed in at least one of the three exam in 2000। okay, also compute percentage increase in the number of student in 2000 over 2000 2 over 2000। ठीक है, सेकंड पार्ट ਤੇ ਬਾਅਦ ਚ ਆਵਾਂਗੇ, ਪਹਿਲਾਂ ਫਸਟ ਪਾਰਟ ਦੇਖਦੇ ਹਾਂ। ਦੇਖੋ ਇਹਦੇ ਵਿੱਚ ਆਪਣੇ ਕੋਲ ਕਿ ਨੰਬਰ ਦਿੱਤੇ ਹੋਏ ਨੇ, ਨੰਬਰ ਚਾਰਟ ਤੁਹਾਨੂੰ ਕਲੀਅਰਲੀ ਨਾ ਦਿਖਾਣਾ ਫਿਰ ਸ਼ਾਇਦ ਤੁਹਾਨੂੰ ਜ਼ਿਆਦਾ ਕੌਨਫੀਡੈਂਟ ਹੋ ਜਾਓਗੇ ਕਿਵੇਂ ਹੁੰਦਾ। ਦੇਖੋ ਪਹਿਲਾਂ ਆਪਾਂ ਗੱਲ ਕਰਦੇ ਹਾਂ ਫॉर ਦ ਈਅਰ 2000 and for the year 2002। ठीक है, नाउ पहला अपने को कैट एग्जैक्ट सीईटी और नन, यही क्या डाटा ਦੇ ਵਿੱਚ ਚਾਰ ਐਗਜ਼ਾਮ ਦਿੱਤੇ ਨੇ ਉਹਨਾਂ ਨੇ। ਕਿਹੜੇ ਚਾਰ ਐਗਜ਼ਾਮ ਦੀ ਗੱਲ ਕੀਤੀ ਹੈ? ਕੈਟ, ਜ਼ੈਟ, ਸੀਈਟੀ ਔਰ ਨਨ। ਐਸੇ ਸਟੂਡੈਂਟ ਇੱਥੇ ਆ ਰਹੇ ਹੈ 20 ਸਟੂਡੈਂਟ, ਇੱਥੇ ਆ ਰਹੇ ਹੈ ਡਾਟਾ ਤੋਂ 60 ਸਟੂਡੈਂਟ, ਇੱਥੇ ਆ ਰਹੇ ਹੈ 60, ਇੱਥੇ ਆ ਰਹੇ ਨੇ 30, ਇਹ 2000 ਡਾਟਾ ਤੋਂ ਹੋ ਗਏ। ਸੋ ਅਗਰ ਆਪਾਂ ਟੋਟਲ ਸਟੂਡੈਂਟ ਦੇਖੀਏ ਜਿਹੜੇ ਆਏ ਉਹ ਕਿੰਨੇ ਹੋ ਗਏ? 0 0 0 0 0 2 6 6 12 13 14 15 16 17 170। ठीक हो गया जी। ਉਸ ਤੋਂ ਬਾਅਦ ਜਿਹੜੇ ਇੱਧਰ ਆਏ ਉਹੀ ਸੇਮ ਐਗਜ਼ਾਮ कैट जैट जो डाटा दिता हुआ है। ठीक है, सीईटी और नन। कैट ਦੇ ਵਿੱਚ ਆਪਾਂ ਦਿੱਤੇ ਹੋਏ ਨੇ 40, ਬੇਟਾ ਗ੍ਰਾਫ ਫਲੈਟ ਦਿੱਤਾ ਹੋਇਆ ਹੈ 60 60 40 0 0 0 0 ऐड करोगे टोटल आ रहे 200 और 200 आ रहा है। ठीक है जी, और 170 आ रहा है, ये टोटल स्टूडेंट हो गए। सो टोटल स्टूडेंट 2000 कितने ने वो आ गए, टोटल स्टूडेंट 200 कितने ने 2002 कितने ने वो आ गए। ਹੁਣ ਆਪਣੇ क्वेश्चन देख आइए, अपन पूछा गया था कि परसेंटेज ऑफ स्टूडेंट लीस्ट सक्सीड इन वन एग्जाम। वन एग्जाम कितने सक्सीड हुए? हाँ वाले, क्योंकि तो नन ने किसी एग्जाम सक्सीड नहीं हुए। ये कितने हुए? 60 120 120 140 140 स्टूडेंट ऐसे थे जेडे किसी एक एग्जाम सक्सीड हुए आउट ऑफ 170 इंटू 100 कर लांगे। ठीक है बच्चों, ये वो परसेंटेज ऑफ स्टूडेंट है जो एटलीस्ट एक एग्जाम ਦੇ ਵਿੱਚ सक्सीड ਹੋਏ, जो कि 1400 बाय 17 अगर ਤੁਸੀਂ कैलकुलेशन करते हो ये बैठती है अप्रोक्सीमेटली 82.35%। ਕੀ ਪੁੱਛਿਆ था क्वेश्चन ਚ? क्वेश्चन ਚ ਪੁੱਛਿਆ था कि ਆਪਣੇ ਕੋਲ ਜੋ ਬਾਰ ਗ੍ਰਾਫ ਦਿੱਤਾ ਹੈ ਉਹ ਦੋ ਤਰ੍ਹਾਂ ਦਾ ਗ੍ਰਾਫ ਹੈ। ਓਕੇ, ਕੀ ਗ੍ਰਾਫ था? ਗ੍ਰਾਫ ਦੇ ਵਿੱਚ था ਸਰ ਕਿ ਆਪਣੇ ਕੋਲ ਜਿਵੇਂ ਇੱਕ ਬਾਰ ਹੈ ਉਹਦੇ ਵਿੱਚ x ਬਾਰ एक्सिस हो गया, एक y एक्सिस हो गया। x एक्सिस ਤੇ ਆਪਾਂ ਨੂੰ ਈਅਰ ਸ਼ੋ ਕੀਤੇ ਹੋਏ थे, y एक्सिस ਤੇ ਉਹਨਾਂ ਨੇ ਚਾਰ ਬਲੌਕ ਚ ਵੰਡਿਆ था ਇੱਕ ਬਾਰ ਨੂੰ। ਐਸੇ ਸਟੂਡੈਂਟ ਜਿਨ੍ਹਾਂ ਨੇ ਕੈਟ ਐਗਜ਼ੈਕਟ ਸੀਈਟੀ ਐਗਜ਼ਾਮ ਦਿੱਤਾ ਜਾਂ ਕੁਝ ਐਸੇ ਜਿਹੜੇ ਨਨ ਐਗਜ਼ਾਮ ਦੇ ਕੇ ਗਏ, ਉਹ ਆਪਾਂ ਨੂੰ 2000 ਤੇ 2002 ਦੇ ਡਾਟਾ ਸ਼ੋ ਕਰ ਰਹੇ थे। ਠੀਕ ਹੋ ਗਿਆ। ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਫॉर द ईयर 2000 ਕੈਟ ਦਾ ਐਗਜ਼ੈਕਟ ਦਾ ਸੀਈਟੀ ਦਾ और नन ਦਾ ਆ ਗਿਆ, ਫਿਰ ਕੈਟ ਦਾ ਐਗਜ਼ੈਕਟ ਦਾ सीटी ਦਾ ਨਨ ਦਾ ਆ ਗਿਆ। पर एटलीस्ट सक्सेसफुल परसेंटेज ਕੱਢੀ ਸੀ ਆਪਾਂ ਨੇ, एटलीस्ट सक्सेसफुल परसेंटेज ਕਿਵੇਂ ਕੱਢਾਂਗੇ? 140 ਬਾਈ 170 into 100, जीरो ਨਾਲ जीरो ਕੱਟ ਗਈ। ओके, होपफुली डन होई गल। तो ये 16 हो गए, तो एटलीस्ट 82% ऐसे स्टूडेंट थे
ਜਿਨ੍ਹਾਂ ਨੇ ਇੱਕ ਐਗਜ਼ਾਮ ਦੇ ਵਿੱਚ ਸਕਸੈਸ ਹਾਸਲ ਕੀਤੀ। ਠੀਕ ਹੈ, ਜੇ ਇਹੀ ਆਪਾਂ 2000 ਦਾ ਕੱਢਣਾ ਹੁੰਦਾ, 2 ਦਾ 100 ਸੌਰੀ, ਤਾਂ ਆਪਾਂ ਇਹ ਪਲੱਸ ਕਰ ਲੈਂਦੇ, ਤਾਂ ਆਂਸਰ ਆਂਦਾ 60 60 120 160 160 ਬਾਏ 200। ਵੈਸੇ ਪੁੱਛਿਆ ਨਹੀਂ ਇਸ ਕੁਐਸਚਨ में, ਵੈਸੇ ਸਿਖਾ ਰਿਹਾ ਹੈ ਇਨਟੂ 100, ਤਾਂ 2 ਜ਼ੀਰੋ ਇੱਥੇ ਕੱਟ ਜਾਂਦੀ ਆ, 80% ਆਂਦਾ। ਠੀਕ ਹੋ ਗਿਆ, प्लीज चेक करो। गल समझाई। उन्होंने पूछा है अगला क्वेश्चन, परसेंटेज ऑफ स्टूडेंट इंक्रीज इन 2002 देन 2000। ये डाटा नोट करना प्लीज एक बार, मैं दस दा कि किवें करने। हो गया नोट, पक्का कर लो प्लीज। आओ क्वेश्चन देखिए। क्वेश्चन था, व्हाट इज द परसेंटेज ऑफ स्टूडेंट हु सक्सीड इन एटलीस्ट वन ऑफ थ्री एग्जाम। ठीक है, 2000 ਦੀ ਕਰਮ ਚੱਕੀ ਆਪਾਂ ਨੇ, ਚੱਕ ਕੇ ਕਰਤਾ ਹੈ 2000 ਦਾ, 2002 ਦਾ ਅੱਗੇ ਦਿੱਤਾ ਹੋਇਆ 2004 ਦਾ। ਆਪਾਂ ਨੂੰ ਗੱਲ ਇਸ ਐਗਜ਼ਾਮ ਦੀ ਸੀ 2002 ਦੀ, ਆਪਾਂ ਚੱਕੇ 3 ਪਲੱਸ ਕਿਤੇ ਆਊਟ ਆਫ ਟੋਟਲ ਆਇਆ ਹੋ ਗਿਆ। ਕੰਪਿਊਟ ਦਾ ਪਰਸੈਂਟੇਜ ਇੰਕਰੀਜ਼ ਨੰਬਰ ਆਫ ਸਟੂਡੈਂਟ, 2000 ਦੋ ਚ ਕਿੰਨੇ ਆਏ ਥੇ ਤੁਹਾਨੂੰ ਦੱਸਦਾ मैंने ਹੁਣੀ, 200। ਉਹਦੇ ਕਿੰਨੇ ਆਏ ਥੇ 170। परसेंटेज इंक्रीज नंबर ऑफ स्टूडेंट, एग्जाम की गल नहीं कर रहे, गल की कर रहे हैं, नंबर ऑफ स्टूडेंट की गल कर रहे हैं। पर ठीक है, परसेंटेज इंक्रीज का फॉर्मूला क्या होता है, पर जब भी परसेंटेज इंक्रीज कढ़नी है तो फार्मूला होता है, जिवें 2000 ਦੇ ਵਿੱਚ ਬੱਚੇ ਆਏ 170, 2002 ਦੇ ਵਿੱਚ ਬੱਚੇ ਆਏ 200, ਆਪਾਂ ਕੱਢਣਾ ਹੈ परसेंटेज इंक्रीज। ਤਾਂ ਇਹ ਆਨਸਰ ਆ ਜਾਏਗਾ 200, मतलब हायर वैल्यू माइनस लोअर वैल्यू बाय लोअर, इतना कंपेयर कर रहे हैं थल्ले, इनटू 100, 130 ओवर 170 इंटू 100, जीरो नाल जीरो कट गई, 300 ओवर 17। यू विल सॉल्व द आंसर। इवें कटते परसेंटेज इंक्रीज, जो दो चीजें परसेंटेज इंक्रीज कटनी होंगी है, तो परसेंटेज इंक्रीज इस तरह निकलती है, मैं बोर्ड से करके दिखाई थोड़ा। ठीक है, प्लीज चेक कर लो, फिर आप आगे चलते हैं, प्लीज नोट कर लो। क्या जी ओके, डन क्लास सारे? हाँ जी ओके है, देख लो कोई डाउट है प्लीज पूछ लो, फिर आप आगे चलिए। हो गया पक्का क्लियर, चलो फिर आगे। नाउ व्हाट, अगला पार्ट, कैन द कोफिशिएंट ऑफ रैंक कोरिलेशन ऑफ द मार्क्स obtained by 10 student, नंबर आ गया, 10 student in mathematics and statistics was found to be 0.5। ओके, कोफिशिएंट ऑफ कोरिलेशन आर ਨਾਲ ਲਿਖ ਦਿੰਦੇ, ਸਮਾਲ ਨਾਲ ਦਿੱਤਾ ਹੋਇਆ ਆਪਾਂ ਨੂੰ। it was discovered that difference in the rank in the two student obtained by one of the subject was wrongly taken as 3 instead of 7। मतलब ले लिया 3 उन्होंने, लेना क्या था 7। फाइंड द करेक्ट ऑप्शन ऑफ कोरिलेशन, वेरी इंपॉर्टेंट क्वेश्चन क्लास, वेरी इंपॉर्टेंट। ਤੁਸੀਂ ਆਉਣ ਵਾਲਾ ਜਿਹੜਾ ਪੇਪਰ ਹੋਊਗਾ 2025 ਵਾਲਾ, ਠੀਕ ਹੈ, ਪੇਪਰ ਜਿਹੜਾ ਕੰਡਕਟ ਕਰਿਆ ਹੁਣ 26 24 ਗੱਲ ਹੈ, ਪੇਪਰ ਦਾ ਅਪ੍ਰੈਲ ਚ ਤੁਹਾਡੀ ਡੇਟ ਆ ਚੁੱਕੀ ਹੈ, ਤਾਂ 25 ਦੇ ਜਿਹੜੇ ਇਹ ਸੈਸ਼ਨ ਸ਼ੁਰੂ ਹੋਇਆ 25 ਵਾਲਾ GCS ਦਾ, ਉਸ ਦੇ ਵਿੱਚ ਵੀ ਕੋਰਿਲੇਸ਼ਨ ਤੇ ਰਿਗਰੈਸ਼ਨ ਦੇ ਕੁਐਸਚਨ ਪੱਕਾ ਦੇਖੋਗੇ। ਮੈਨੂੰ ਜੋ ਲੱਗ ਰਿਹਾ ਕਿ ਇੱਕ ਕੁਐਸਚਨ ਮੀਨ ਮੀਡੀਅਮ ਮੋਡ ਤੇ ਪੈਣਾ ਹੀ ਪੈਣਾ, ਫਰੇਮ ਹੋਣਾ ਹੀ ਹੋਣਾ, ਜਾਂ ਵੇਰੀਐਂਸ ਨਾਲ ਆ ਜਾਊਗਾ ਉਹਦੇ। ਠੀਕ ਹੈ, ਇੱਕ ਕੁਐਸਚਨ ਪੱਕਾ ਕੋਰਿਲੇਸ਼ਨ ਜਾਂ ਰਿਗਰੈਸ਼ਨ ਦੇ ਕੁਐਸਚਨਾਂ ਚ ਆਊਗਾ। ਸੋ ਪਲੀਜ਼ ਇਹਦੀ ਪ੍ਰੈਕਟਿਸ ਕਰ ਲਿਓ। ਅਸੀਂ ਇੱਕ ਵੀਡੀਓ ਪਾਈ ਹੋਈ ਹੈ ਸਪੈਸ਼ਲੀ ਜਿਹਦੇ ਵਿੱਚ ਕੋਰਿਲੇਸ਼ਨ ਔਰ ਰਿਗਰੈਸ਼ਨ ਔਰ ਕੋਵੇਰੀਐਂਸ ਇਹ ਬਹੁਤ ਚੰਗੀ ਤਰ੍ਹਾਂ ਬਹੁਤ ਡਿਟੇਲਸ ਸਮਝਾਏ ਨੇ। ਹੁਣ ਤਾਂ PYQ ਚੱਲ ਰਹੇ ਨੇ, ਉਹਦੇ ਚ ਬਹੁਤ ਡਿਟੇਲਸ ਲਗਾਏ ਹੋਏ ਨੇ। ਲਾਂਚਪੈਡ ਦੇ YouTube ਚੈਨਲ ਜਾਓਗੇ, ਤੁਹਾਨੂੰ ਸਾਰੇ ਸੀਕੁਐਂਸ ਵੀਡੀਓ ਮਿਲ ਜਾਣਗੀਆਂ, ਉਹ ਪਲੀਜ਼ ਇੱਕ ਵਾਰੀ ਰਿਕਾਲ रिपीट करके चंगी तरह लगाइयो, थोड़ा आइडिया हो चुका। ठीक है, सो नाउ
ਵੀ ਕੋਫੀਸ਼ੀਐਂਟ ਕੋਰਿਲੇਸ਼ਨ ਹੁੰਦਾ ਕੀ ਹੈ, ਕਿਵੇਂ ਕੱਢਦੇ ਆ। ਇੱਥੇ ਆਪਾਂ ਦੇਖਾਂਗੇ ਕਿਵੇਂ ਕਰਦੇ ਆ ਆਪਾਂ। ਇਹ ਦਿੱਤਾ ਕੀ ਹੋਇਆ, ਕੋਫੀਸ਼ੀਐਂਟ ਆਫ ਕੋਰਿਲੇਸ਼ਨ ਆਫ ਮਾਰਕਸ ਆਬਟੇਨਡ ਬਾय 10 स्टूडेंट एन अगर 10 इन मैथमेटिक्स एंड स्टैटिस्टिक्स वाज फाउंड टू बी दिस। कोरिलेशन ਹੁੰਦਾ किस चीज है, आप बोलते हैं कोरिलेशन। आप जो पहले बोलते थे भाई ये गर्ल्स स्कूल है, ठीक है, ये बॉयज स्कूल है, ओके, फिर आए कोएड स्कूल, को एजुकेशन मतलब व्हाट, को बॉयज भी गर्ल्स भी ਇਕੱਠੇ ਪੜਨਗੇ ਇੱਕੋ ਜਗ੍ਹਾ ਤੇ। ਇਸ ਤਰ੍ਹਾਂ ਹੀ ਇੱਕ ਡਾਟਾ x ਹੈ, ਇੱਕ ਡਾਟਾ y ਹੈ, ਉਹਦੇ ਵਿੱਚ ਕਿਆ ਰਿਲੇਸ਼ਨ ਹੈ, ਦੈਟ ਇਜ਼ ਕਾਲਡ ਕੋਰਿਲੇਸ਼ਨ। ਸੋ ਇਨ ਸ਼ਾਰਟ ਕਹਿਣ ਦਾ ਭਾਵ ਇਹ, ਜਦੋਂ ਆਪਾਂ ਕੋਰਿਲੇਸ਼ਨ ਦੀ ਗੱਲ ਕਰਦੇ ਹਾਂ ਤਾਂ ਆਪਾਂ ਦੋ ਡਿਫਰੈਂਟ ਡਾਟਾ ਦੇ ਵਿੱਚ ਇੱਕ ਰਿਲੇਸ਼ਨ ਫਾਈਂਡ ਕਰ ਰਹੇ ਹੁੰਦੇ ਹਾਂ ਕਿ x ਔਰ y ਦੇ ਵਿੱਚ ਕਿਆ ਰਿਲੇਸ਼ਨ ਚੱਲ ਰਿਹਾ ਹੈ, ਠੀਕ ਹੈ। ਜਦੋਂ ਆਪਾਂ ਰਿਗਰੈਸ਼ਨ ਕੱਢਦੇ ਹਾਂ ਤਾਂ ਉਹਦੇ ਵਿੱਚ ਇੱਕ ਹੁੰਦਾ ਕਿ x y ਤੇ ਡਿਪੈਂਡੈਂਟ ਹੈ। ਹੁਣ ਸਪੋਜ਼ ਮੈਂ ਕਿਤੇ ਪਾਰਟੀ ਜਾਣਾ, ਫੰਕਸ਼ਨ ਜਾਣਾ ਹੈ, ਠੀਕ ਹੈ, ਪਰ ਮੇਰੇ ਕੋਲ ਕਾਰ ਨਹੀਂ ਹੈਗੀ, ਤਾਂ ਮੈਂ ਆਪਣੀ ਕਾਰ, ਮੇਰੀ ਕੋਲ ਕਾਰ ਨਹੀਂ ਹੈ, ਮੇਰੇ ਫਰੈਂਡ ਕੋਲ ਹੈ, ਤਾਂ ਮੈਂ ਉੱਥੇ ਡਿਪੈਂਡੈਂਟ ਹੈ, ਤਾਂ ਦੈਟ ਇਜ਼ ਰਿਗਰੈਸ਼ਨ। ਹੁਣ ਮੇਰੇ ਕੋਲ ਵੀ ਕਾਰ ਹੈ, ਸਪੋਜ਼ ਉਹਦੇ ਕੋਲ ਵੀ ਕਾਰ ਹੈ, ਹੁਣ ਕਿਸ ਦੀ ਕਾਰ 'ਚ ਜਾਵਾਂਗੇ ਉਹ ਦੇਖ ਲਾਂਗੇ ਟਾਈਮ ਦੇ ਅਕੋਰਡਿੰਗਲੀ, ਦੈਟ ਇਜ਼ ਕੋਰਿਲੇਸ਼ਨ। ਕੋਰਿਲੇਸ਼ਨ ਦੇ ਵਿੱਚ ਕੋਈ ਡਿਪੈਂਡੈਂਟ ਔਰ ਇੰਡੀਪੈਂਡੈਂਟ ਵੇਰੀਏਬਲ ਨਹੀਂ ਹੁੰਦਾ, ਜਦਕਿ ਰਿਗਰੈਸ਼ਨ ਦੇ ਵਿੱਚ ਇੱਕ ਵੇਰੀਏਬਲ ਡਿਪੈਂਡ ਹੁੰਦਾ ਹੈ, ਇੱਕ ਇੰਡੀਪੈਂਡੈਂਟ ਹੁੰਦਾ ਹੈ। ਇਹ ਚੀਜ਼ ਆਪਾਂ ਧਿਆਨ ਰੱਖਣੀ, ਠੀਕ ਹੈ। ਸੋ ਇਨ ਸ਼ਾਰਟ ਕਹਿਣ ਦਾ ਭਾਵ ਕੀ ਹੈ, ਇਸ ਕੁਐਸਚਨ ਦਾ ਹੈ coefficient of rank correlation of the marks obtained by 10 student in mathematics and statistics was found to be this, okay. It was later discovered that difference in the ranks in the two subjects obtained by one of the subject was wrongly taken। ਇੱਕ ਸਬਜੈਕਟ, ਦੋਹਾਂ ਚੋਂ ਇੱਕ ਸਬਜੈਕਟ ਚ ਆਪਾਂ ਨੇ 3 ਲੈ ਲਿਆ, ਜਦਕਿ ਲੈਣਾ ਕਿੰਨਾ था 7 था। सो फाइंड द करेक्ट कोएफिशिएंट ऑफ कोरिलेशन। आओ करिए किਵੇਂ ਕਰਾਂਗੇ, कैलकुलेशन देखो ध्यान ਨਾਲ। हाँ जी क्लास ਦਿੱਤਾ ਕੀ ਹੋਇਆ ਪਹਿਲਾਂ ਉਹ ਦੇਖਦੇ ਹਾਂ, ਇਹਨੂੰ ਆਪਾਂ ਯੂਜ਼ ਕਿਵੇਂ ਕਰਾਂਗੇ ਉਹ ਦੇਖਦੇ ਹਾਂ। ਤਾਂ ਜਿਹੜਾ ਆਪਣੇ ਕੋਲ ਇੱਕ ਤਰ੍ਹਾਂ ਆਪਾਂ ਕਹਿ ਲਈਏ ਜਿਹੜਾ ਇਨਕਰੈਕਟ ਰਿਲੇਸ਼ਨ ਦਿੱਤਾ ਹੋਇਆ ਹੈ, ਇਨਕਰੈਕਟਲੀ ਮੈਂ ਯੂਜ਼ ਕਰਾਂਗਾ ਇਹ। ਉਹ ਦਿੱਤਾ ਹੋਇਆ 0.5, n ਦਿੱਤਾ ਹੋਇਆ 10, ਤੁਹਾਨੂੰ ਦਿਖ ਹੀ ਰਿਹਾ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਇਨਕਰੈਕਟ ਜਿਹੜੀ ਅਗਰ ਆਪਾਂ ਗੱਲ ਕਰਦੇ ਆ ਵੈਲਿਊ ਦਿੱਤੀ ਹੋਈ ਆਪਾਂ ਨੂੰ, ਇਹ ਦਿੱਤੀ ਹੋਈ ਹੈ 10 ਆਬਜ਼ਰਵੇਸ਼ਨਾਂ ਦੀ, ਔਰ ਇਨਕਰੈਕਟ ਵੈਲਿਊ ਕਿਹੜੀ ਹੈ, ਉਹ ਹੈ 3। ਜਿਹੜੀ ਕਰੈਕਟ ਵੈਲਿਊ ਹੈ ਉਹ ਕਿਹੜੀ ਹੈ, ਉਹ ਹੈ 7, ਕਿਉਂਕਿ ਰੈਂਕ ਆਪਾਂ ਗਲਤੀ ਵਾਲਾ ਲਿੱਤਾ ਹੈ, ਠੀਕ ਹੈ ਜੀ। ਇਹ ਆਪਣੇ ਕੋਲ ਡਾਟਾ ਹੈ, ਇੱਥੇ ਆਪਾਂ ਅਪਲਾਈ ਕਰਾਂਗੇ स्पीयर्समैन्स रैंक, स्पीयर्समैन रैंक कोरिलेशन, स्पीयर्समैन रैंक कोरिलेशन कोफिशिएंट। ਉਹਦਾ ਫਾਰਮੂਲਾ ਹੁੰਦਾ ਹੈ ਕੋਰਿਲੇਸ਼ਨ ਕੋਫੀਸ਼ੀਐਂਟ ਦਾ 1 रो इक्वल टू 6 समेशन d स्क्वायर, ठीक है जी, डिवाइड बाय n टाइम n स्क्वायर माइनस 1, ठीक है। दिस फॉर्मूला वी विल यूज टू वेरीफाई और टू हैव अ करेक्ट कोएफिशिएंट ऑफ कोरिलेशन। प्लीज डाटा नोट कर लो, बार बार अगर पीछे शीट करते हैं डाटा किधर हो जाता है, सो प्लीज डाटा नोट कर लो। ਆਪਾਂ ਨੂੰ कहता है कोएफिशिएंट ऑफ कोरिलेशन ਦਿੱਤਾ ਹੋਇਆ 0.5 जो कि इनकरेक्ट है। नंबर ऑफ ऑब्जर्वेशन 10 ने अपनी कैपिटल ਨਾਲ ਲਿਖ ਲਓ, ਇਸਨੂੰ ਕੋਈ ਗੱਲ ਨਹੀਂ ਹੈ, ठीक है। ਜਿਹੜੀ ਇਨਕਰੈਕਟ ਵੈਲਿਊ ਹੈ ਉਹ ਹੈ 3 ਰੈਂਕ ਦੀ, ਜਿਹੜੀ ਕਰੈਕਟ ਵੈਲਿਊ ਰੈਂਕ ਦੀ ਕਰਨੀ ਹੈ ਉਹ 7 ਹੈ। ਸਪੀਅਰਸਮੈਨ ਰੈਂਕ ਕੋਰਿਲੇਸ਼ਨ ਮੈਥਡ ਹੁੰਦਾ ਹੈ ਜਿਹਦੇ ਵਿੱਚ ਆਪਾਂ ਰੈਂਕਿੰਗ ਕਰਦੇ ਹਾਂ ਡਾਟਾ ਦੀ, ਉੱਥੋਂ ਆਪਾਂ ਫਾਈਂਡ ਕਰਾਂਗੇ। ਉਹ ਹੁੰਦਾ ਹੈ ਸਿਗਮਾ ਇਜ਼ ਇਕੁਅਲ ਟੂ ਸੌਰੀ ਰੋ ਇਜ਼ ਇਕੁਅਲ ਟੂ ਕੋਐਫੀਸ਼ੀਐਂਟ ਕੋਰਿਲੇਸ਼ਨ ਰੋ ਬੋਲਦੇ ਆ, ਰੋ ਇਕੁਅਲ ਟੂ 1 ਮਾਈਨਸ 6 ਸਮੇਸ਼ਨ डी स्क्वायर ओवर n माइनस 1 ਦਾ होल स्क्वायर, ठीक है। सो इस मैथड ਦੇ ਨਾਲ ਆਪਾਂ ਕਰਾਂਗੇ, प्लीज नोट कर लो, फिर ਆਪਾਂ ਅੱਗੇ ਚੱਲਦੇ ਹਾਂ। कर ले नोट सबने, आ फॉर्मूला याद रहूगा। चलिए आगे चलो। हाँ जी, आपने को कितना है पहला 0.5 जो दिता हुआ ऑलरेडी, 1 माइनस 6 टाइम इनकरेक्ट का स्क्वायर, क्योंकि ऑब्वियस का डिफरेंस इनकरेक्ट आऊगा, डी डिफरेंस होता है बेटा। एन कितना 10 ऑब्जर्वेशन, 10 10 स्क्वायर माइनस एक ऑब्जर्वेशन, सो 0.5 1 माइनस 6 टाइम पहला आप समेशन डी कर लिए इनकरेक्ट, इनकरेक्ट इंक्रीज नहीं है मतलब इनकरेक्ट है 10 10 10 स्क्वायर 100 100 चौके 99 मल्टीप्लाई हो जाएगा, सो 0.5 1 माइनस 6 टाइम डी इनकरेक्ट 10 स्क्वायर बाय 990, ठीक है। नोट करो प्लीज। ठीक है, हो गया नोट सबका। थर्ड वैल्यू आई थी, क्या चल रहा था 0.5 इक्वल टू 1 माइनस 6 टाइम समेशन डी इनकरेक्ट 10 स्क्वायर डिवाइड बाय 900
90 आया था, इधर ले आओ इसमें 6 टाइम टी इनकरेक्ट द स्केयर बाय 990 1 minus 0.5 which is again 0.5 which is nothing but half. So summation d increase the square equal to half into 990 by 6 इसनु सोल्व करोगे ਤੁਸੀਂ आंसर आएगा 82.5। सो ਜਿਹੜਾ ਇਨਕਰੈਕਟ ਡਿਫਰੈਂਸ ਆ ਰਿਹਾ ਹੈ ਇਨਕਰੈਕਟ ਡਿਫਰੈਂਸ ਆ ਰਿਹਾ ਹੈ ਉਹਦੀ ਵੈਲਿਊ ਆ ਗਈ 82.5। ਹੁਣ ਆਪਾਂ ਨੇ ਕਰੈਕਟ ਡਿਫਰੈਂਸ ਕੱਢਣਾ ਹੈ करैक्ट डिफरेंस ਉਹਦੇ ਵਾਸਤੇ ਫਾਰਮੂਲਾ ਹੋਏਗਾ जो रॉन्ग वैल्यू है जो रॉन्ग वैल्यू है वो लिखो माइनस रॉन्ग वैल्यू है वो लिखो माइनस जो रैंक गलत ले लिया वो माइनस कर दो प्लस जो रैंक सही लेना है वो प्लस कर लो। इस तरह बिल्कुल करेक्ट डिफरेंस आ जाएगा। ये सॉल्व कर रहे हो तो आंसर बन रहा है 122.5। देखो आया समझ बस अगे तो कुछ नहीं करना फिर स्पेस में फॉर्म लावांगे करेक्ट मीन वास्ते वो बन जाएगा 1 माइनस 6 टाइम डिफरेंस द स्केयर एन स्केयर माइनस 1 1 माइनस 6 डिफरेंस द स्केयर 122.5 एन कितना 10 10 द स्केयर माइनस 1 1 माइनस ठीक है क्लास होपफुली समझ आ रही सबने गल 1 माइनस 10 के 100 100 चौके 99 10 990 ठीक है ऊपर सोल्व कर रहे हो कैलकुलेशन करके 735 चेक करना प्लीज कैलकुलेशन एक बारी ऑफलाइन चेक करो बेटा 735 ओके डन डन आ गई। देन आफ्टर यानी सॉल्व करोगे तो आंसर आ रहा है 2576। दिस इज द करेक्ट मीन इज द करेक्ट कोएफिशिएंट ऑफ कोरिलेशन। समझ आ गया कोई डाउट है किसी ਨੂੰ प्लीज बोल सकते हो नहीं तो ओके टेंशन नहीं ठीक है। सो इन शॉर्ट इस तरीके ਨਾਲ ਤੁਸੀਂ ਕੋਐਫੀਸ਼ੀਐਂਟ ਆਫ ਕੋਰਿਲੇਸ਼ਨ ਕੈਲਕੂਲੇਟ ਕਰ ਸਕਦੇ ਹੋ ਵਿਦ ਦ ਹੈਲਪ ਆਫ ਸਪੀਅਰਸਮੈਨਸ ਰੈਂਕ ਕੈਲਕੂਲੇਸ਼ਨ। ਆ ਤੁਹਾਡਾ ਮੈਥਡ ਜਿਹੜਾ ਹੈ ਇਹ ਸਪੀਅਰਸਮੈਨ ਰੈਂਕ ਕੋਰਿਲੇਸ਼ਨ ਮੈਥਡ ਹੀ ਹੈ ठीक है। चेक करो 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 शाबाश पेशेंट डाउट है बोल सकते हो कोई दिक्कत नहीं है सिंपल जी गल है वैसे एक मिनट लगाओ जरा नोट करो इसमें हाँ जी नोट करो इसमें देखते हैं कि करना फिर आगे करो करो शाबाश हो गया पक्का कोई डाउट तो नहीं है मैं लगा नहीं होगा क्योंकि करना की था करेक्ट कोरिलेशन करना था करता सिंपल उधर क्या जरूरी था हाँ वैल्यू इन्हों कट के हमेशा ये कट के जो इनकरेक्ट वैल्यू माइनस जो करेक्ट वैल्यू प्लस फिर करेक्ट मीन आ गया खत्म डन चलिए आगे चलो सो होपफुली डन हो गया पक्का ओके शाबाश आओ नेक्स्ट क्वेश्चन देखिए सो प्लीज ध्यान दीजिए कुछ द्वारा तो पढ़े आप पढ़े हाँ जी पहला क्वेश्चन की था जस्ट रिकॉल ऊपर पता चल जाए सारे नो विच विलेज इज द वेरिएशन इनकम ग्रेड दिता क्या था एवरेज मतलब मीन वैल्यू दी थी स्टैंडर्ड डेविएशन दिता था नंबर ऑफ एम्प्लॉय देते थे n1 n2 सिग्मा 2 सिग्मा 1 ठीक है मीन वैल्यू x1 x2 या y कह लो ठीक है x1 x और y कह लो वेरिएशन दसनी थी कोएफिशिएंट ऑफ वेरिएशन पता करो
डन क्वेश्चन। कंबाइंड एंड डिविजन फॉर्मूला में दस्या होया दोबारा दाद बोले याद हो जाएगा थोड़ा जिहा बार बार सुन के याद हो जाता मिल रहा है n1 ठीक है x1 का स्क्वायर सॉरी सिग्मा वन का स्क्वायर d1 का स्क्वायर प्लस n2 सिग्मा टू का स्क्वायर प्लस d2 का स्क्वायर डिवाइड बाय n1 प्लस n2 और d1 की वैल्यू थी x1 मतलब मीन फर्स्ट कंबाइंड मीन d2 की वैल्यू थी x2 माइनस कंबाइंड मीन होपफुली क्लियर डन प्लीज चेक कर लो फिर आउट है तो पूछ लो ठीक है ओके ग्रुप च भेज दियो व्हाट्सएप कर सकते हो लॉन्च पैड आई है ਜਿਹੜੇ ਨੰਬਰ ਫਲੈਸ਼ ਹੋ ਰਹੇ ਨੇ ਉਸੇ ਟੈਲੀਗ੍ਰਾਮ ਗਰੁੱਪ ਜੁਆਇਨ ਕਰ ਲਓ ਉੱਥੇ ਕਰ ਸਕਦੇ ਹੋ ਸੈਂਡ ਸਾਨੂੰ ਜੇ YouTube ਤੇ ਚੈੱਕ ਕਰ ਰਹੇ ਹੋ ਤਾਂ ਬਾਈ ਐਨੀ ਮੀਨ ਯੂ ਕੈਨ ਕਨੈਕਟ ਵਿਦ ਅਸ ਓਕੇ ਅੱਗੇ ਹੋ then the following pie chart depart pick the distribution of tourism आप पढ़ा था ये क्वेश्चन ठीक है then लैंडिंग लेंडर लीडिंग लेंडर करना था सारा प्लस कर लो एक बारी प्लस करके वैल्यू आएगी लीडिंग लेंडर आ जाएगा एक्सटेंडेड बाय प्राइवेट सेक्टर का लोन आया था प्राइवेट सेक्टर आ रहेगा ठीक है 97 98 97 98 सारा प्लस करके डिवाइड कर लियो वैल्यू ना आंसर आ जाएगा चलो आगे हो देन आफ्टर सिंपल मीन पता ये सारा ऐड कर दो मीडियन अरेंज करके नंबर कट लो मोड रिपीटेड फ्रीक्वेंसी की देन ये आपने करा था कल भी क्लास रेशियो कट दी थी प्रोडक्शन एक्सपोर्ट दी आप प्रोडक्शन एक्सपोर्ट रेशियो लाई चलो बस ठीक है ये आप आज कितने ही ने ठीक है ये भी अपना आज का हो गया ये भी कवर अप हो गया आगे आओ नवा क्वेश्चन आज का ठीक है जी नवा क्वेश्चन देखिए की है एक बार 10वां देख ली पहला फिर उसके आगे काम 10वां कितना है दोबारा करने की लोड़ ही नहीं मिलता है द एवरेज किलोग्राम पर लीटर ऑफ ए पर्टिकुलर सेडान आर दिस ये देते हुए नहीं ठीक है पता करना है देखो मीन किसी ने एग्जाम चाहा है पीवाई क्यू है मीन पता करना है मीन का सिंपल तरीका होता है किसी भी डाटा का मीन करना है इंडिविजुअल सीरीज का सारा सम करके डिवाइड नंबर कर दो मीन आ जाएगा मीडियन करना है अरेंज करो असेंडिंग ऑर्डर च असेंडिंग ऑर्डर च अरेंज करके एन देख लो की है इवन है ऑड है एन जी में रखना है अपने को लेट्स चेक इट एक दो तीन पहले अरेंज कर लियो एक दो तीन चार पाँच छः सात आठ नौ 10 11 12 13 14 15 16 17 18 मतलब एन इवन है 18 का हाफ 9 नाइन्थ ਤੇ 10th ऑब्जर्वेशन ਕੱਢ ਕੇ ਉਹਦਾ प्लस करके हाफ कर दियो मीडियन आ जाएगा ठीक है मोड ਕੱਢਣਾ है मोड ਦਾ ਹੁੰਦਾ ਰੈਪਿਡ ਫ੍ਰੀਕੁਐਂਸੀ ਇਸ ਸਭ ਤੋਂ ਰੈਪਿਡ ਫ੍ਰੀਕੁਐਂਸੀ ਜਿਹੜੀ ਹੋਏਗੀ ਉੱਥੋਂ ਮੋਡ ਆ ਜਾਏਗਾ ਸੋ ਹੋਪਫੁਲੀ क्लियर हो जाएगा ਸਾਰਿਆਂ ਨੂੰ ਸਿੰਪਲ ਗੱਲ है नोड़ा बिग थिंग ठीक है करना की था सब तो पहले अपने को क्या था एवरेज किलोग्राम पर लीटर ऑफ पर्टिकुलर सिद्धांत ਦਿੱਤੇ ਹੋਏ ਤੇ ਆਪਾਂ ਨੂੰ ਠੀਕ है ਆਪਾਂ कैलकुलेट करना था मीन वैल्यू मीडियन ਤੇ मोड मीन वास्ते सारा सम करो डिवाइड करो नंबर नाल मीन आ जाएगा मीडियन अरेंज करो सब तो पहला जब भी मीडियन कटते हैं तो पहला अरेंज करना होता है किसी च अरेंज करना अपने सब तो पहले तुम इसको अरेंज करोगे सीक्वेंसिक ऑर्डर च असेंडिंग ऑर्डर च अरेंज किया कैलकुलेट करो अगर तो ओड आया तो मीडियन का फॉर्मूला होता है एन प्लस वन बाय हाफ अगर आया ईवन तो फॉर्मूला होता है एन बाय टू तो एन बाय टू प्लस वन जिमें कि सपोज अपने को ऑब्जर्वेशन करके 18 रखिए कर लिए प्लीज एक दो तीन चार पाँच छः सात आठ नौ 10 11 12 13 14 15 16 17 18 18 आ रही है ना अरेंज करो अरेंज करके जी नाइन्थ और 10th ऑब्जर्वेशन होगी प्लस करके हाफ कर लियो आंसर आ जाएगा गॉट इट सो मीडियन आ जाएगी मोस्ट रैपिड फ्रीक्वेंसी मोड बन जाएगा अगर वेरिएंस कटना है तो वेरिएंस का तरीका होता है एक्स आई लिख लो समेशन कर लो एक्स आई का ਉਹਦਾ ਮੀਨ ਕੱਢ ਦੋ ਮੀਨ ਦਾ ਫਾਰਮੂਲਾ ਹੁੰਦਾ ਹੈ xi ਦਾ ਸਮੇਸ਼ਨ xi by n देन xi माइनस x बार कर दो फिर xi माइनस x बार ਦਾ ਸਕੁਅਰ ਕਰ ਦੋ देन वेरिएंस ਦਾ ਫਾਰਮੂਲਾ ਹੁੰਦਾ ਹੈ ਠੀਕ ਹੈ ਸਮੇਸ਼ਨ xi माइनस x बार ਦਾ ਹੋਲ ਸਕੁਅਰ डिवाइड बाय ਆ वेरिएंस ਆ ਜਾਊਗਾ स्टैंडर्ड डेविएशन ਕੱਢਣ ਨੂੰ ਕੀ है रूट ऑफ वेरिएंस कर दियो स्टैंडर्ड डेविएशन आ जाएगी सिग्मा स्क्वायर होता है सिग्मा होता है बस यही चीज होगी सो दिस इज योर क्वेश्चन नंबर 10th 9th करते हैं मैं स्किप नहीं किया जस्ट मैंने था कि छोटा क्वेश्चन दिख रहा था निबेड़ के पहला करिए ओके होया का गुड हाँ जी किसी डाउट है
चेक लो, देख लो, चेक कर लो, कैलकुलेशन तो कर ही लो हम, तब है आपका सारा। सो कहने का मीनिंग क्या, आपने एवरेज किलोग्राम का था, मीन कढ़ना पता है, सम करके हाफ, सॉरी नंबर जितना देता है सॉरी, मीडियन द रेंज करांगे, हाफ कर लांगे, मोड द रेफरेंस फ्रीक्वेंसी, वेरिएंस देख लिया, स्टैंडर्ड डेविएशन देख लिया, रेंज, और रेंज की निकल दिया है। ये सब तो छोटी वाली कड़ी है, तो छोटी वाली दिख रही है अपन 16, और कोई छोटी दिख रही है इसमें ना, 16 तो छोटी दिख रही है कोई, नहीं सर, 16 होगी। सब तो बड़ी वैल्यू कड़ी दिख रही है, 26, 26 तो बड़ी को दिख रही है ना जी। तो रेंज का फॉर्मूला होता है हाईएस्ट वैल्यू माइनस लोएस्ट वैल्यू, लोएस्ट कितनी है 16, हाईएस्ट कितनी है 26, डिफरेंस ले लो 10, इज द रेंज, सिंपल। सो इस तरीके आप कर सकते। ठीक है क्लास, ओके। हो गया डन, क्लियर होगी गल सब नु, पहले पक्का ओके चलो। हाँ जी, 9th क्वेश्चन देख रहे हैं अपने को, क्वेश्चन है कि नहीं इक्वल देखिए, 15 क्वेश्चन, अब 10 तक आ जा देने हैं मतलब, उसके बाद एक, दो, तीन, चार, 5 क्वेश्चन आएंगे नेक्स्ट वीडियो जब आप मिलांगे 5 क्वेश्चन वाले, मेरे पास 10 तक कैलकुलेट कर रहा है। ओके, क्वेश्चन इतना हो है, द हेड ऑफ पर्सनल डिपार्टमेंट ऑफ ए लार्ज बिजनेस maintain a record of yearly casual leave taken by the employee, community frequency of the employees taken leave up to certain values are shown in the figure, लेस और इक्वल देती हुई है बेटा, इसे बनानी पैंती है अपन, और कंस्ट्रक्ट करना है फ्रीक्वेंसी टेबल, ओके मतलब एफ आई पता करना है, बट एफ आई तो सी एफ निकल जाता है, सी एफ ਦਿੱਤਾ ਹੋਇਆ ਹੈ। ਵੈਸੇ ਤਾਂ ਇਹ ਹੁੰਦਾ ਕਿ ਆਪਣੇ ਕੋਲ ਜਿਹੜਾ ਕੁਐਸਚਨ ਹੁੰਦਾ ਨਾ, ਉਸ 'ਚ ਇੱਕ ਸਾਈਡ ਐਕਸ ਆਈ ਹੁੰਦਾ, ਇੱਕ ਸਾਈਡ ਐਫ ਆਈ ਹੁੰਦਾ, ਤੇ ਆਪਾਂ ਐਫ ਆਈ ਬਣਾ ਲੈਂਦੇ, ਸੀ ਐਫ ਕੱਢਦੇ ਹੁੰਦੇ ਆ। ਇਸ 'ਚ ਆਪਾਂ ਨੂੰ ਕੀ ਦਿੱਤਾ ਹੋਇਆ, ਆਲਰੇਡੀ ਉਹਨਾਂ ਨੇ ਪਹਿਲਾਂ ਆਪਾਂ ਨੂੰ ਐਕਸ ਆਈ ਦਿੱਤਾ ਹੋਇਆ, ਸੀ ਐਫ ਦਿੱਤਾ ਹੋਇਆ, ਦੇਖੋ ਲਿਖਿਆ ਹੋਇਆ ਕਮਿਊਨਿਟੀ ਫ੍ਰੀਕੁਐਂਸੀ, ਉਹਨੇ ਕਿਹਾ ਕੰਸਟਰਕਟ ਦਾ ਫ੍ਰੀਕੁਐਂਸੀ ਟੇਬਲ ਪਹਿਲੇ ਬਣਾਵਾਂਗੇ, ਫਿਰ ਡਰਾ ਕਰਾਂਗੇ ਫ੍ਰੀਕੁਐਂਸੀ ਹਿਸਟੋਗ੍ਰਾਮ, ਹਿਸਟੋਗ੍ਰਾਮ ਤੇ ਇਸ ਤਰ੍ਹਾਂ ਬਣਦੇ ਨੇ, ਇਸ ਤਰ੍ਹਾਂ ਆ ਜੀ ਹਿਸਟੋਗ੍ਰਾਮ, ਇਸ ਤਰ੍ਹਾਂ ਆ ਚੀਜ਼ ਆ ਹਿਸਟੋਗ੍ਰਾਮ ਹੁੰਦੀ ਹੈ। then how many casual leave are most common among the employees, ਕਿੰਨੀਆਂ casual leave ਲਿੱਤੀ ਗਈਆਂ, ਕੁਐਸਚਨ ਬਹੁਤ ਆਸਾਨ ਹੈ। ਇਹ ਕੁਐਸਚਨ ਪੁੱਛਿਆ ਕੀ ਗਿਆ, ਕਹਿੰਦਾ ਹੈਡ ਆਫ ਪਰਸਨਲ ਡਿਪਾਰਟਮੈਂਟ ਕਿਸੇ ਲਾਰਜ ਬਿਜ਼ਨਸ ਦਾ ਮੇਨਟੇਨ ਕਰਦਾ ਰਿਕਾਰਡ ਆਫ ਕੈਜੂਅਲ ਲੀਵ ਟੇਕਨ ਬਾਈ EMPLOYEES, ਠੀਕ ਹੈ ਜੀ, ਐਂਡ cumulative frequency of the employees taking a leave up to certain values shown in the figure, ਓਕੇ ਦਿੱਤਾ ਹੋਇਆ ਆਪਾਂ ਨੂੰ ਕਿ ਜਿਵੇਂ 2.5 ਅਪਰੋਕਸੀਮੇਟ ਲੀਵ ਲੈਣ ਵਾਲੇ ਕਿੰਨੇ ਨੇ 11, 5.0, 7.5, 10, 12.5, ਇਹ ਕੁਝ ਆਪਾਂ ਨੂੰ ਲੀਵ ਦਿੱਤੀਆਂ ਹੋਈਆਂ ਨੇ, ਠੀਕ ਹੈ ਜੀ। ਸੋ ਇਹ ਨੰਬਰ ਆਫ ਲੀਵਸ ਆਪਾਂ ਨੂੰ ਦਿੱਤੀਆਂ ਹੋਈਆਂ ਨੇ, ਜਿਸ ਨੂੰ ਆਪਾਂ ਨੇ ਮੇਨਟੇਨ ਕਰਨਾ ਰਿਕਾਰਡ ਦੇ ਵਿੱਚ। ਹੁਣ ਅਗਰ ਆਪਾਂ ਧਿਆਨ ਨਾਲ ਦੇਖੀਏ ਤਾਂ ਕਿਸ ਤਰ੍ਹਾਂ ਕਰਾਂਗੇ ਇਸ ਨੂੰ ਆਪਾਂ, ਲੈਟਸ ਸੀ। ओके, देखते हैं डाटा बना लेना। गिवन कितना था पर लेस देन इक्वल टू, इक्वल क्वेश्चन देख लो, क्वेश्चन ਦਿੱਤਾ ਹੋਇਆ ਆਪਾਂ ਨੂੰ ਨੰਬਰ ਆਫ ਲੀਵ 2.5 ਲੈਸ और इक्वल 11, 5 12 24, 7.5 49, 10 च 63, 12.5 72। नाउ व्हाट, लेट्स मेक इंटरवल जो अपन गिवन है, लेस और इक्वल मतलब 2 है उस तो घट, 2.5 तो 5, 5 तो 7.5, 7.5 तो 10, ਤੇ 10 ਤੋਂ 12.5, ਠੀਕ ਹੋ ਗਿਆ ਜੀ, ਡਨ ਹੋ ਗਿਆ। ਉਸ ਤੋਂ ਬਾਅਦ ਸੀ ਐਫ ਦਿੱਤਾ ਹੋਇਆ ਆਪਾਂ ਨੂੰ 11, 24, ਠੀਕ ਹੈ, 49, 63, 72, ਇਹ ਵੀ ਓਕੇ ਹੋ ਗਿਆ। ਆਪਾਂ ਕਹਿੰਦੇ ਬਣਾਓ ਫ੍ਰੀਕੁਐਂਸੀ ਟੇਬਲ, ਆਪਾਂ ਨੇ ਪਹਿਲੀ ਡਿਮਾਂਡ ਹੀ ਕੀਤੀ ਉਹਨੇ ਫ੍ਰੀਕੁਐਂਸੀ ਟੇਬਲ ਆਣੀ ਹੈ, ਕਿਵੇਂ ਬਣਦਾ ਹੁੰਦਾ ਹੈ, ਪਹਿਲਾ 11 - 0 ਲੈਸ ਦੇਨ ਇਕੁਅਲ ਨਾ, ਇਸ ਤਰ੍ਹਾਂ ਬਣੇਗਾ 11
देन 24 माइनस 11 13, देन 49 माइनस 24 25, देन 63 माइनस 49 14, देन 72 माइनस 63 9। आलो बन गया फ्रीक्वेंसी टेबल। एडी गल थी, ठीक है। सो ये चीज थी, ये अपन फ्रीक्वेंसी टेबल किया था उन्होंने बनाना, ठीक है। टोटल एम्प्लॉय कितने ने 72, ये अपना फ्रीक्वेंसी टेबल बन गया। और अगे डिमांड की है, हाईएस्ट वैल्यू पूछी थी इन्होंने, हाईएस्ट कितने आ रहे देखो, 11 लीव 13 25 11 13 25 14 9 25 ਹਾਈਐਸਟ ਹੈ। ਸੋ ਆ ਰਿਹਾ ਇੰਟਰਵਲ ਜਿਸ ਵਿੱਚ ਵੱਧ ਤੋਂ ਵੱਧ ਹਾਈਐਸਟ ਲੀਵ ਦਿੱਤੀ ਗਈਆਂ 5 ਤੋਂ 7.5 ਦੀਆਂ, ਠੀਕ ਹੈ। ਮਤਲਬ ਐਵਰੇਜਲੀ 5 ਤੋਂ ਲੈ ਕੇ 7.5 ਦੇ ਵਿੱਚ ਜਿਹੜੀ ਕੈਜੂਅਲ ਲੀਵਸ ਨੇ ਉਹ ਸਭ ਤੋਂ ਜ਼ਿਆਦਾ ਦਿੱਤੀ ਗਈ ਹੈ 25 ਇੰਪਲੋਈਜ਼ ਦੁਆਰਾ। मतलब उन्होंने पूछा हाईएस्ट वैल्यू केड़ी है, तो हाईएस्ट वैल्यू इस तरह बनेगी है। ओके, ਹੁਣ ਇਹਦਾ ਹਿਸਟੋਗ੍ਰਾਮ ਬਣਾ ਦਿੰਦੇ ਹਾਂ। ਹਿਸਟੋਗ੍ਰਾਮ ਆ ਵੈਲਿਊਜ਼ ਦਾ ਬਣੇਗਾ, ਠੀਕ ਹੈ। ਕਿਵੇਂ ਬਣੇਗਾ ਹਿਸਟੋਗ੍ਰਾਮ, ਆ ਦੇਖੋ ਮਾੜਾ ਜਿਹਾ। ਪਹਿਲਾਂ ਇੱਥੇ ਆਪਾਂ ਇੰਟਰਵਲ ਲਾ ਲਾਂਗੇ, ਜਿਵੇਂ 2.5 5 ਉੱਪਰ ਲੈਜੇਸ਼ਨ ਜੋ ਬਣਾਇਆ ਆਪਾਂ ਨੇ 7.5 10 12.5, ਠੀਕ ਹੈ। ਹਿਸਟੋਗ੍ਰਾਮ ਬਿਲਕੁਲ ਐਵੇਂ ਨਾਲ ਜੁੜਿਆ ਹੋਇਆ ਬੰਦਾ ਹੁੰਦਾ ਹੈ। ਪਹਿਲਾਂ ਜਿਵੇਂ ਉਹਦੀ ਵੈਲਿਊ ਰਹੀ 11, ਇੱਥੇ ਆਪਣੇ ਕੋਲ ਆਪਾਂ ਇੱਕ ਕੰਮ ਕਰਦੇ ਹਾਂ, ਇੰਟਰਵਲ ਇੱਥੇ ਫੇਕ ਕੇ 1 ਮਿੰਟ प्राइस इस तरह सॉरी वो थोड़ा वैल्यू गलत लिखी फिर तो उत्थे लिखा गया 10 इस तरह बनाओ, जिवें कि 5 10 15 20 25 इस तरह इत्थे बनावांगे 0 2.5 5 7.5 10 12.5, ठीक है। डन हो गया 12.5 ना पहला 2.5 तो लेकर 0 से 2.5 11, हाँ बन गया 11, इस तरह बनता है हिस्टोग्राम इस तरह, ठीक हो गया। नंबर 11 आया था ਇੱਥੇ देखो 11 हो गया है। देन उस तो बाद 13, इस तो बाद 13 थोड़ा ਜਿਹਾ ਹੋਰ ਉੱਪਰ ਕਰ ਦਾਂਗੇ, ਉਹਨਾਂ ਉੱਪਰ नहीं ਇੱਥੇ तक ले जाएंगे 13, देन 25 टॉप पे जाएगा, ठीक है। देन उस तो बाद 14 15 तो थोड़ा नीचे 14 ਤੁਸੀਂ ਪ੍ਰੋਪਰ ਸਕੇਲ ਨਾਲ ਲਾਈਓ, ਮੈਂ ਥੋੜਾ ਰਫ ਹੈਂਡ ਬਣਾਇਆ ਇੱਥੇ। देन 9 10 थोड़ा नीचे। so this is the frequency histogram जो मैंने किया था। so this is the things। ਸੋ ਕਲਾਸ ਇਸ ਤਰੀਕੇ ਨਾਲ ਆਪਣੇ ਤੋਂ ਰਿਕੁਆਇਰਮੈਂਟ ਸੀ ਔਰ ਆਪਾਂ ਨੇ ਡਾਟਾ ਪ੍ਰੋਵਾਈਡ ਕਰਤਾ, ਠੀਕ ਹੋ ਗਿਆ ਜੀ। ਸੋ ਕਹਿਣ ਦਾ ਮੀਨਿੰਗ ਕੀ ਹੋਇਆ ਕਿ ਆਪਣੇ ਕੋਲ ਇਹ ਚੀਜ਼ ਸੀ, ਉਹਨੇ ਕੀ ਕਿਹਾ था ਫ੍ਰੀਕੁਐਂਸੀ ਬਣਾਤਾ ਆਪਾਂ ਨੇ ਕਿਵੇਂ 11 ਮਾਈਨਸ ਕੀਤਾ ਔਰੇ ਮਾਈਨਸ ਕੀਤਾ ਔਰੇ ਮਾਈਨਸ ਕੀਤਾ ਔਰੇ ਮਾਈਨਸ ਕੀਤਾ ਔਰੇ ਬਣ ਗਿਆ ਰੋ ਦਾ, ਠੀਕ ਹੈ ਜੀ। ਫ੍ਰੀਕੁਐਂਸੀ ਆਫ ਹਿਸਟੋਗ੍ਰਾਮ ਉਹ ਆਪਾਂ ਬਣਾਤੀ, ਠੀਕ ਹੈ। ਹਾਊ ਮੈਨੀ ਕੈਜੂਅਲ ਲੀਵਸ ਆਰ ਮੋਸਟਲੀ ਟੇਕਨ ਅਮੰਗ EMPLOYE, ਠੀਕ ਹੈ। ਤਾਂ EMPLOYEਜ਼ ਦੀ ਆਪਾਂ ਦੱਸਦੀ। ਸੋ ਦੈਟਸ ਇਟ ਫॉर ਟੁਡੇ, ਅੱਜ ਲਈ ਨਹੀਂ ਕਰਾਂਗੇ। ਥੈਂਕ ਯੂ ਟੂ ਆਲ, ਤੇ ਕੱਲ ਨੂੰ ਆਪਾਂ ਕੰਟੀਨਿਊ ਕਰਦੇ ਹਾਂ ਇਸ ਤੋਂ। ਓਕੇ, ਠੀਕ ਹੈ ਜੀ। ਓਕੇ ਕਲਾਸ।